उत्पत्ति का तीसरा भाव और कोई जाना इसकी 1 तो लैके 13 आयत तक पहला पढ़े। मैं पढ़ देना पास्टर जी। तो हट मेरे सारिਆਂ ਨੂੰ ਜੈ ਮਸੀਹ ਦੀ। जय मसीह जी। ਸਫਾ 4 ਪੁਰਾਣੇ ਨੇਮ ਦਾ ਉਤਪਤ ਦਾ ਮਨੁੱਖ ਦਾ ਪਾਪ ਵਿੱਚ ਡਿੱਗਣਾ। ਪ੍ਰਭੂ ਪਰਮੇਸ਼ਰ ਦੇ ਬਣਾਏ ਜੰਗਲੀ ਪ੍ਰਾਣੀਆਂ ਵਿੱਚ ਸੱਪ ਸਭ ਤੋਂ ਵੱਧ ਚਲਾਕ ਸੀ। ਸੱਪ ਨੇ ਔਰਤ ਨੂੰ ਕਿਹਾ ਕਿ ਇਹ ਸੱਚ ਹੈ ਕਿ ਪਰਮੇਸ਼ਰ ਨੇ ਤੁਹਾਨੂੰ ਬਾਗ ਦੇ ਕਿਸੇ ਰੁੱਖ ਦਾ ਫਲ ਖਾਣ ਤੋਂ ਮਨਾ ਕੀਤਾ ਹੈ। ਔਰਤ ਨੇ ਸੱਪ ਨੂੰ ਉੱਤਰ ਦਿੱਤਾ, ਬਾਗ ਵਿੱਚ ਕਿਸੇ ਵੀ ਰੁੱਖ ਦਾ ਫਲ ਖਾਣ ਦੀ ਸਾਨੂੰ ਖੁੱਲੀ ਛੁੱਟੀ ਹੈ, ਪਰ ਜੋ ਰੁੱਖ ਬਾਗ ਦੇ ਵਿਚਕਾਰ ਹੈ ਉਸ ਦਾ ਫਲ ਖਾਣ ਤੋਂ ਸਾਨੂੰ ਮਨਾ ਕੀਤਾ ਗਿਆ ਹੈ। ਇੱਥੋਂ ਤੱਕ ਕਿ ਉਸ ਨੂੰ ਅਸੀਂ ਛੂਹ ਵੀ ਨਹੀਂ ਸਕਦੇ ਕਿ ਕਿਤੇ ਅਸੀਂ ਮਰ ਨਾ ਜਾਈਏ। ਸੱਪ ਨੇ ਔਰਤ ਨੂੰ ਕਿਹਾ, ਨਹੀਂ, ਤੁਸੀਂ ਬਿਲਕੁਲ ਨਹੀਂ ਮਰੋਗੇ, ਸਗੋਂ ਪਰਮੇਸ਼ਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਉਸ ਰੁੱਖ ਦਾ ਫਲ ਖਾਓਗੇ ਤਾਂ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਅਤੇ ਤੁਸੀਂ ਪਰਮੇਸ਼ਰ ਵਾਂਗੂ ਬੁਰੇ ਤੇ ਭਲੇ ਨੂੰ ਜਾਣਨ ਲੱਗੋਗੇ। ਔਰਤ ਨੇ ਦੇਖਿਆ ਕਿ ਉਹ ਰੁੱਖ ਸੱਚਮੁੱਚ ਖਾਣ ਦੇ ਲਈ ਚੰਗਾ, ਦੇਖਣ ਵਿੱਚ ਸੁੰਦਰ ਅਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਦਾ ਹੈ। ਇਸ ਲਈ ਉਸਨੇ ਉਸ ਰੁੱਖ ਦਾ ਫਲ ਤੋੜ ਕੇ ਕੁਝ ਆਪ ਖਾਧਾ ਅਤੇ ਕੁਝ ਆਪਣੇ ਪਤੀ ਨੂੰ ਦਿੱਤਾ। ਉਸਦੇ ਪਤੀ ਨੇ ਉਹ ਫਲ ਉਸ ਤੋਂ ਲੈ ਕੇ ਖਾ ਲਿਆ। ਇਹ ਕਰਨ ਤੇ ਉਹਨਾਂ ਦੋਹਾਂ ਦੀਆਂ ਅੱਖਾਂ ਖੁੱਲ ਗਈਆਂ ਅਤੇ ਉਹ ਜਾਣ ਗਏ ਕਿ ਉਹ ਨੰਗੇ ਹਨ। ਇਸ ਲਈ ਉਹਨਾਂ ਨੇ ਅੰਜੀਰ ਦੇ ਪੱਤਿਆਂ ਨੂੰ ਜੋੜ ਕੇ ਆਪਣੇ ਲਈ ਲੰਗੋਟ ਬਣਾਏ। ਸੰਝ ਵੇਲੇ ਉਹਨਾਂ ਦੋਹਾਂ ਆਦਮੀ ਅਤੇ ਔਰਤ ਨੇ ਪ੍ਰਭੂ ਪਰਮੇਸ਼ਰ ਦੇ ਬਾਗ ਵਿੱਚ ਚੱਲਣ ਦੀ ਆਵਾਜ਼ ਸੁਣੀ। ਤਦ ਉਹਨਾਂ ਨੇ ਆਪਣੇ ਆਪ ਨੂੰ ਬਾਗ ਦੇ ਰੁੱਖਾਂ ਵਿੱਚ ਪਰਮੇਸ਼ਰ ਤੋਂ ਲੁਕਾਉਣ ਦੀ ਕੋਸ਼ਿਸ਼ ਕੀਤੀ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਆਵਾਜ਼ ਦੇ ਕੇ ਪੁੱਛਿਆ, ਤੂੰ ਕਿੱਥੇ ਹੈ? ਆਦਮੀ ਨੇ ਉੱਤਰ ਦਿੱਤਾ, ਮੈਂ ਬਾਗ ਦੇ ਵਿੱਚ ਤੇਰੇ ਚੱਲਣ ਦੀ ਆਵਾਜ਼ ਸੁਣ ਕੇ ਡਰ ਗਿਆ ਕਿਉਂਕਿ ਮੈਂ ਨੰਗਾ ਹਾਂ, ਇਸ ਲਈ ਮੈਂ ਆਪਣੇ ਆਪ ਨੂੰ ਲੁਕਾਇਆ ਹੈ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਕਿਹਾ, ਤੈਨੂੰ ਕਿਸ ਨੇ ਦੱਸਿਆ ਕਿ ਤੂੰ ਨੰਗਾ ਹੈ? ਕੀ ਤੂੰ ਉਹ ਫਲ ਤੇ ਨਹੀਂ ਖਾ ਲਿਆ ਜਿਸ ਦੇ ਨਾ ਖਾਣ ਦੀ ਆਗਿਆ ਮੈਂ ਤੈਨੂੰ ਦਿੱਤੀ ਸੀ? ਆਦਮੀ ਨੇ ਪ੍ਰਭੂ ਪਰਮੇਸ਼ਰ ਨੂੰ ਉੱਤਰ ਦਿੱਤਾ, ਉਸ ਔਰਤ ਨੇ ਜਿਸ ਨੂੰ ਤੂੰ ਮੈਨੂੰ ਦਿੱਤਾ ਹੈ ਉਸ ਰੁੱਖ ਦਾ ਫਲ ਮੈਨੂੰ ਦਿੱਤਾ ਅਤੇ ਮੈਂ ਖਾ ਲਿਆ। ਪ੍ਰਭੂ ਪਰਮੇਸ਼ਰ ਨੇ ਔਰਤ ਨੂੰ ਕਿਹਾ, ਤੂੰ ਇਹ ਕੀ ਕੀਤਾ? ਔਰਤ ਨੇ ਪ੍ਰਭੂ ਪਰਮੇਸ਼ਰ ਨੂੰ ਉੱਤਰ ਦਿੱਤਾ, ਸੱਪ ਨੇ ਮੈਨੂੰ ਕਿਹਾ ਤਾਂ ਮੈਂ ਇਹ ਖਾਧਾ। ਪੜ੍ਹੇ ਸੁਣੇ ਜਾਣ ਤੇ ਸਾਰਿਆਂ ਨੂੰ ਸ਼ੀਸ਼ ਬਰਕਤ ਮਿਲੇ। ਸੋ ਇੱਥੇ ਅਸੀਂ 3 ਚੀਜ਼ਾਂ ਦੇਖਦੇ। ਸਭ ਤੋਂ ਪਹਿਲੀ ਚੀਜ਼ ਜਿਹੜੀ ਜਿਸ ਦੇ ਨਾਲ ਉਹਨਾਂ ਨੇ ਉਹ ਫਲ ਖਾਧਾ, ਜਿਸ ਦੇ ਕਾਰਨ ਉਹ ਫਲ ਖਾਧਾ, ਉਹ ਇਹ ਨਹੀਂ ਸੀ ਕਿ ਉਹ ਦੇਖਣ ਦੇ ਵਿੱਚ ਸੁੰਦਰ ਤੇ ਮਨੁੱਖ ਨੂੰ ਬੁੱਧੀਮਾਨ ਬਣਾ ਸਕਦਾ ਸੀ। ਉਹ ਇਹ ਸੀ ਕਿ ਜੋ ਉਸਨੇ ਕਿਹਾ ਕਿ ਸਗੋਂ ਤੁਸੀਂ ਮਰੋਗੇ ਨਹੀਂ, ਸਗੋਂ ਪਰਮੇਸ਼ਵਰ ਜਾਣਦਾ ਹੈ ਕਿ ਜਿਸ ਦਿਨ ਤੁਸੀਂ ਇਸ ਰੁੱਖ ਦਾ ਫਲ ਖਾਵੋਗੇ ਤੁਹਾਡੀਆਂ ਅੱਖਾਂ ਖੁੱਲ ਜਾਣਗੀਆਂ ਔਰ ਤੁਸੀਂ ਪਰਮੇਸ਼ਵਰ ਦੇ ਵਾਂਗ, ਉਹ ਪਰਮੇਸ਼ਵਰ ਬਣਨਾ ਮੰਗਦੇ ਸੀ, ਪਰਮੇਸ਼ਵਰ ਦੇ ਬਰਾਬਰ ਬਣਨਾ ਮੰਗਦੇ ਸੀ। And that is the reason. ਨੰਬਰ 2 ਦੇ ਉੱਤੇ ਇਹ ਜਿੰਨੀਆਂ ਵੀ ਪ੍ਰਭੂ ਨੇ ਆਗਿਆਵਾਂ ਦਿੱਤੀਆਂ ਸੀ ਕਿ ਇਸ ਦਾ ਫਲ ਨਹੀਂ ਖਾਣਾ, ਉਹ ਸਾਰੇ ਦੀਆਂ ਸਾਰੀਆਂ ਆਗਿਆਵਾਂ ਆਦਮ ਨੂੰ ਮਿਲੀਆਂ ਸੀ, ਹਵਾ ਨੂੰ ਨਹੀਂ ਸੀ ਮਿਲੀ। ਆਦਮ ਦੀ ਜ਼ਿੰਮੇਵਾਰੀ ਸੀ ਉੱਥੇ ਕਿ ਹਵਾ ਨੂੰ ਰੋਕੇ ਕਿ ਨਹੀਂ, ਇਹ ਸਾਡੇ ਲਈ। ਸੋ ਇਹ ਜਾਣ ਬੁੱਝ ਕੇ ਕੀਤਾ ਗਿਆ ਇੱਕ ਪਾਪ ਸੀ। ਦੂਸਰੀ ਚੀਜ਼, ਪ੍ਰਭੂ ਨੇ ਉਹਨਾਂ ਨੂੰ ਮੌਕਾ ਦਿੱਤਾ ਕਿ ਆਪਣੇ ਪਾਪ ਨੂੰ ਮੰਨਣ, ਪਰ ਦੋਨਾਂ ਨੇ ਪ੍ਰਭੂ ਨੂੰ ਹੀ ਇਲਜ਼ਾਮ ਦਿੱਤਾ। ਜਿਸ ਵੇਲੇ ਹਵਾ ਉਸਨੂੰ ਮਿਲੀ ਆ ਤੇ ਉਸ ਵੇਲੇ ਉਹ ਕਹਿ ਰਿਹਾ, ਅਗਰ ਤੁਸੀਂ ਪੰਨੇ ਦੇ ਦੂਜੇ ਪਾਸੇ ਦੇਖੋ, ਇਹ ਮੇਰੀ ਹੱਡੀ ਹੈ, ਮੇਰਾ ਮਾਸ ਹੈ, ਇਹ ਨੜ ਦੇ ਵਿੱਚੋਂ ਨਿਕਲੀ ਹੈ, ਨਾਰੀ ਅਖਵਾਏਗੀ। ਕਿੰਨੀਆਂ ਬੜੀਆਂ ਗੱਲਾਂ ਕਰ, ਕਿੰਨੀਆਂ ਰੋਮਾਂਟਿਕ ਗੱਲਾਂ ਕਰਦਾ।
ਹੁਣ ਕੀ ਕਹਿ ਰਿਹਾ, ਆ ਜਿਹੜੀ ਔਰਤ ਤੂੰ ਮੈਨੂੰ ਦਿੱਤੀ ਹੈ, ਇਸਨੇ ਮੈਨੂੰ ਦਿੱਤਾ, ਮੈਂ ਖਾਊਂ। ਜਿੱਦਾਂ ਕਿ ਉਹਨੂੰ ਪਤਾ ਹੀ ਨਹੀਂ ਹੁੰਦਾ। ਲੇਕਿਨ ਪ੍ਰਭੂ ਨੇ ਫਿਰ ਔਰਤ ਨੂੰ ਪੁੱਛਿਆ, ਕਿਉਂਕਿ ਉਹਦੀ ਜ਼ਿੰਮੇਵਾਰੀ ਵੀ ਓਡੀ ਵੱਡੀ ਸੀਗੀ। ਆਦਮ ਨੂੰ ਉਸਨੇ ਮਿੱਟੀ ਤੋਂ ਬਣਾਇਆ ਸੀ, ਪਰ ਉਹ ਪ੍ਰਭੂ ਨੇ ਉਸਦੀ ਹੱਡੀ ਕੱਢ ਕੇ ਸਵਰਗ ਦੇ ਵਿੱਚੋਂ ਉਸਨੂੰ ਤਿਆਰ ਕਰਕੇ ਲਿਆਂਦਾ ਸੀ। ਇਸ ਕਰਕੇ ਜਦੋਂ ਮਸੀਹ ਦੀ ਵਿਆਹ ਕੀਤਾ ਜਾਂਦਾ ਤੇ ਜਿਹੜੀ ਬੇਟੀ ਹੁੰਦੀ ਆ ਉਸਨੂੰ ਚਿੱਟਾ ਕੱਪੜਾ ਪਾਇਆ ਜਾਂਦਾ, ਔਰ ਜਿਹੜਾ ਉਹਦਾ ਬਾਪ ਨਾਲ ਆ ਰਿਹਾ ਹੁੰਦਾ ਉਸਨੂੰ ਲੈ ਕੇ ਉਹ ਸਵਰਗੀ ਬਾਪ ਦਾ ਉੱਥੇ ਰੋਲ ਅਦਾ ਕਰ ਰਿਹਾ ਹੁੰਦਾ। ਹਰ ਵਿਆਹ ਆਦਮ ਔਰ ਹਵਾ ਦੀ ਲੜਾਈ ਹੁੰਦੀ ਹੈ, ਔਰ ਉਸਨੂੰ ਚਿੱਟਾ ਪਾਉਣ ਦਾ ਹੱਕ ਦਿੱਤਾ ਗਿਆ। ਇਸ ਕਰਕੇ ਸੋ ਜਿਹੜੀ ਮੇਨ ਚੀਜ਼ ਆਪਾਂ ਜਿਹੜੀ ਉਹਦੇ ਤੇ ਜਾਈਏ, ਸੋ ਉਸਨੇ ਕਿਹਾ ਕਿ ਜਿਹੜਾ ਸੱਪ ਤੂੰ ਬਣਾਇਆ, ਸੋ ਜ਼ਿੰਮੇਵਾਰ ਤੂੰ। ਆਦਮ ਨੇ ਵੀ ਕਹਿਤਾ ਤੇਰੀ ਫਾਲਟ ਆ, ਔਰਤ ਨੇ ਵੀ ਕਹਿਤਾ ਤੇਰੀ ਫਾਲਟ, ਹਵਾ ਨੇ ਵੀ ਕਹਿਤਾ। ਅਗਰ ਇੱਥੇ ਇੱਕ ਚੀਜ਼ ਦੋਨਾਂ ਚੋਂ ਇੱਕ ਗੋਡਾ ਝੁਕਾ ਲੈਂਦਾ ਤੇ ਪ੍ਰਭੂ ਗਲਤੀ ਹੋਈ। ਪ੍ਰਭੂ ਨੇ ਤਾਂ ਉਸ ਸਰੀਰ ਦੇ ਵਿੱਚ ਨਾਲ ਚੜੇ ਨੂੰ ਵੀ ਕਹਿਤਾ ਸੀ। ਇੱਕ ਨੇ ਆਪਣਾ ਪਾਪ ਨਹੀਂ ਮੰਨਿਆ, ਉਹ ਕਹਿੰਦਾ ਜੇ ਤੂੰ ਮਸੀਹ ਆ ਤੇ ਆਪ ਵੀ ਥੱਲੇ ਉਤਰਾ ਤੇ ਸਾਨੂੰ ਵੀ ਥੱਲੇ ਉਤਾਰ। It doesn't work। ਕੰਮ ਨਹੀਂ ਕੀਤਾ। ਉਹ ਵੀ ਦੁਆ ਵਾਂਗ ਸੀਗੀ, ਕੰਮ ਨਹੀਂ ਕੀਤੀ। ਜੇ ਤੂੰ ਮਸੀਹ, ਤੇ ਜੇ ਉਹ ਨਾ ਕਰੇ ਤਾਂ ਉਹਦਾ ਮਸੀਹ ਹੋਣਾ ਮੁੱਕ ਜਾਂਦਾ। ਉਹ ਤਾਂ ਮਸੀਹ ਹੈ, does not matter what। ਪਰ ਦੂਜੇ ਨੇ ਕਿਹਾ ਕਿ ਜਿਹੜਾ ਮੇਰਾ ਪਾਪ ਆ ਭਾਈ, ਮੈਂ ਤਾਂ ਉਹਦੇ ਲਈ ਸਜ਼ਾ ਭੋਗ ਰਿਹਾ, ਪਰ ਇਹਨੇ ਤਾਂ ਕੱਖ ਨਹੀਂ ਕੀਤਾ। ਸੋ ਉਸਨੂੰ ਕਿਹਾ ਪ੍ਰਭੂ ਜਦ ਤੂੰ ਆਪਣੇ ਰਾਜ ਦੇ ਵਿੱਚ ਆਈ ਮੈਨੂੰ ਯਾਦ ਕਰ। ਉਸਨੇ ਆਪਣਾ ਪਾਪ ਮੰਨਿਆ, ਪ੍ਰਭੂ ਦੇ ਅੱਗੇ ਦੁਆ ਕੀਤੀ। ਉਸਨੇ ਕਿਹਾ ਤੂੰ ਅੱਜ ਹੀ ਮੇਰੇ ਨਾਲ ਫਿਰਦੌਸ ਚ। ਜੇ ਉੱਥੇ ਇੱਕ ਪਾਪੀ ਨੂੰ ਮਾਫੀ ਮਿਲ ਸਕਦੀ ਹੈ ਤੇ ਇਹਨਾਂ ਨੂੰ ਮਿਲ ਸਕਦੀ। ਪਰ ਇੱਥੇ ਇਹ ਜਿਹੜਾ ਸਲੀਬ ਦੇ ਦੂਜੇ ਪਾਸੇ ਲਟਕਾਇਆ ਬੰਦਾ, ਉਹਦੇ ਵਰਗਾ, ਉਹ ਤੋਂ ਵੀ ਭੈੜੇ ਇਹ ਦੋਨੋਂ। ਕਿਉਂਕਿ ਜਿਹੜੀ ਸਮਝ ਇਹਨਾਂ ਨੂੰ ਮਿਲੀ ਆ, ਉਹ ਸਮਝ ਇਹਨਾਂ ਨੂੰ ਵੈਰੀ ਤੋਂ ਮਿਲੀ, ਚਲਾਕੀ ਮਿਲੀ, ਔਰ ਚਲਾਕੀ ਦੇ ਨਾਲ ਪ੍ਰਭੂ ਨੂੰ ਘੇਰਾ ਪਾਉਣਾ ਮੰਗਦੇ ਪਏ ਕਿ ਉਹਨੂੰ ਗਿਲਟੀ ਫੀਲ ਕਰਾਉਣਾ ਮੰਗਦੇ ਪਏ ਕਿ ਹਾਂ ਭਾਈ, ਹਵਾ ਵੀ ਮੈਂ ਹੀ ਦਿੱਤੀ ਸੀ ਤੇ ਸੱਪ ਵੀ ਮੈਂ ਹੀ ਬਣਾਇਆ। ਪਰ ਪ੍ਰਭੂ ਨੇ ਉਹਨਾਂ ਦੋਨਾਂ ਦੇ ਵਿੱਚੋਂ ਕੋਈ ਚੀਜ਼ ਸਵੀਕਾਰ ਨਹੀਂ ਕੀਤੀ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਸਜ਼ਾ ਸੀ, ਜਿਹੜਾ ਸਰਾਪ ਸੜਾ ਸੀਗਾ, ਉਹ ਆ ਪਿਆ। ਸੋ ਹੁਣ ਅਸੀਂ 14 ਤੋਂ ਲੈ ਕੇ ਮਾਫ ਕਰਨਾ, ਕੋਈ ਜਾਣਾ ਇਸ ਦੀ 21 ਆਇਤ ਤੱਕ, 14 ਤੋਂ 21 ਤੱਕ। ਮੈਂ ਪੜ੍ਹ ਦਿੰਦੀ ਪਾਸਟਰ ਜੀ। ਥੈਂਕ ਯੂ। ਮਿਲਦਾ ਹੈ। ਪਰਮੇਸ਼ਰ ਦਾ ਉਹਨਾਂ ਨੂੰ ਸਜ਼ਾ ਦੇਣਾ। ਪ੍ਰਭੂ ਪਰਮੇਸ਼ਰ ਨੇ ਸੱਪ ਨੂੰ ਕਿਹਾ, ਕਿਉਂਕਿ ਤੂੰ ਇਸ ਸਭ ਦੀ ਜੜ ਹੈ, ਤੂੰ ਸਭ ਘਰੇਲੂ ਪਸ਼ੂਆਂ ਤੇ ਜੰਗਲੀ ਜਾਨਵਰਾਂ ਵਿੱਚ ਸਭ ਤੋਂ ਅਧਿਕ ਸਰਾਪੀ ਠਹਿਰੇਗਾ। ਤੂੰ ਢਿੱਡ ਭਾਰ ਚੱਲੇਗਾ ਤੇ ਜੀਵਨ ਭਰ ਮਿੱਟੀ ਖਾਵੇਂਗਾ। ਮੈਂ ਤੇਰੇ ਅਤੇ ਔਰਤ ਵਿੱਚ, ਤੇਰੀ ਸੰਤਾਨ ਅਤੇ ਔਰਤ ਦੀ ਸੰਤਾਨ ਵਿੱਚ ਵੈਰ ਪਾਵਾਂਗਾ। ਉਹ ਤੇਰੀ ਸਿਰੀ ਫੇਵੇਗੀ ਅਤੇ ਤੂੰ ਉਸਦੀ ਅੱਡੀ ਡੰਗੇਗਾ। ਪ੍ਰਭੂ ਪਰਮੇਸ਼ਰ ਨੇ ਔਰਤ ਨੂੰ ਕਿਹਾ, ਮੈਂ ਤੇਰੇ ਗਰਭ ਦੀ ਪੀੜ ਵਧਾਵਾਂਗਾ, ਤੂੰ ਪੀੜ ਦੇ ਵਿੱਚ ਬੱਚੇ ਜੰਮੇਗੀ, ਪਰ ਤੇਰੀ ਚਾਹ ਫਿਰ ਵੀ ਤੇਰੇ ਪਤੀ ਵੱਲ ਹੋਵੇਗੀ, ਜੋ ਤੇਰੇ ਤੇ ਰਾਜ ਕਰੇਗਾ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਕਿਹਾ, ਕਿਉਂਕਿ ਤੂੰ ਆਪਣੀ ਪਤਨੀ ਦੀ ਗੱਲ ਮੰਨੀ ਅਤੇ ਮੇਰੇ ਮਨਾ ਕੀਤੇ ਰੁੱਖ ਦਾ ਫਲ ਖਾਧਾ, ਤੇਰੇ ਕਾਰਨ ਧਰਤੀ ਸਰਾਪਤ ਹੋਈ ਹੈ। ਤੂੰ ਕੜੀ ਮਿਹਨਤ ਨਾਲ ਇਸ ਤੋਂ ਜੀਵਨ ਭਰ ਖਾਏਗਾ। ਕੰਡੇ ਤੇ ਝਾੜੀਆਂ ਇਹ ਤੇਰੇ ਲਈ ਪੈਦਾ ਕਰੇਗੀ ਅਤੇ ਤੂੰ ਖੇਤ ਦਾ ਸਾਗ ਪੱਤ ਖਾਏਗਾ।
ਤੂੰ ਜੀਵਨ ਭਰ ਆਪਣੇ ਮੁੜਕੇ ਦੀ ਕਮਾਈ ਤੋਂ ਰੋਟੀ ਖਾਏਗਾ। ਤੂੰ ਮਿੱਟੀ ਵਿੱਚੋਂ ਕੱਢਿਆ ਗਿਆ ਹੈ, ਇਸ ਲਈ ਤੂੰ ਇਸੇ ਵਿੱਚ ਮਿਲ ਜਾਵੇਂਗਾ। ਆਦਮੀ ਨੇ ਆਪਣੀ ਪਤਨੀ ਦਾ ਨਾਂ ਹਵਾ ਰੱਖਿਆ, ਕਿਉਂਕਿ ਉਹ ਸਭ ਮਾਨਵ ਜਾਤੀ ਦੀ ਮਾਂ ਸੀ। ਪ੍ਰਭੂ ਪਰਮੇਸ਼ਰ ਨੇ ਆਦਮ ਅਤੇ ਉਸਦੀ ਪਤਨੀ ਲਈ ਚਮੜੇ ਦੇ ਕੱਪੜੇ ਬਣਾਏ ਅਤੇ ਉਹਨਾਂ ਨੂੰ ਪਵਾ ਦਿੱਤੇ। ਇੱਥੇ ਤੱਕ। ਸੋ ਪ੍ਰਭੂ ਦੇ ਬਚਨ ਦੇ ਵਿੱਚ ਦੇਖੋ, ਸਭ ਤੋਂ ਜ਼ਿਆਦਾ ਸਖਤ ਸਜ਼ਾ ਕਿਹਨੂੰ ਮਿਲੀ? ਹਵਾ ਨੂੰ ਨਹੀਂ ਮਿਲੀ, ਆਦਮ ਨੂੰ ਮਿਲੀ। ਔਰ ਸਭ ਤੋਂ ਜ਼ਿਆਦਾ ਜਿਹੜੀ ਬੇਇੱਜ਼ਤੀ ਵਾਲੀ ਹੈ, ਜਿਹੜੀ ਸਜ਼ਾ ਹੈ, ਉਹ ਸ਼ੈਤਾਨ ਨੂੰ। ਜਿਸ ਲਈ ਅਸੀਂ ਇਹ ਸ਼ਬਦ ਗਿਣਦੇ ਨੇ ਕਿ ਜਿਸ ਤਰ੍ਹਾਂ ਉਸਨੇ ਕਿਹਾ, ਪ੍ਰਭੂ ਨੇ ਸੱਪ ਨੂੰ ਕਿਹਾ, ਕਿਉਂਕਿ ਤੂੰ ਇਹ ਸਭ ਦੀ ਜੜ, ਤੂੰ ਸਭ ਘਰੇਲੂ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਦੇ ਵਿੱਚ ਸਭ ਤੋਂ ਅਧਿਕ ਸਰਾਪੀ ਠਹਿਰੇਂਗਾ। ਤੂੰ ਢਿੱਡ ਭਾਰ ਚੱਲੇਂਗਾ ਅਤੇ ਜੀਵਨ ਭਰ ਮਿੱਟੀ ਖਾਏਂਗਾ। ਮਿੱਟੀ ਖਾਣ ਦਾ ਮਤਲਬ ਪਤਾ ਕੀ ਹੁੰਦਾ? ਕੋਸ਼ਿਸ਼ ਬੜੀ ਕਰੇਗਾ ਪਰ ਹਰ ਵਾਰੀ ਹਾਰ ਖਾ, ਹਰ ਵਾਰੀ ਮਿੱਟੀ ਫੱਕ ਕੇ ਮਿੱਟੀ ਦੇ ਵਿੱਚ ਹੀ ਤੇਰਾ ਸਿਰ ਰਹੂਗਾ। ਤੂੰ ਹਰ ਵਾਰੀ ਹਾਰੇਗਾ, ਤੂੰ ਜਿੱਤ ਕੇ ਵੀ ਹਾਰੇਗਾ। ਤੇਰੀ ਹਾਲਤ ਇਹ ਹੋਏਗੀ। ਔਰ ਉਹ ਹਾਲਤ ਕਿਉਂ ਹੋਏਗੀ? ਮੈਂ ਤੇਰੇ ਅਤੇ ਔਰਤ ਦੇ ਵਿੱਚ, ਮੈਂ ਤੇਰੇ ਅਤੇ ਔਰਤ ਦੇ ਵਿੱਚ, ਤੇਰੀ ਸੰਤਾਨ ਅਤੇ ਔਰਤ ਦੀ ਸੰਤਾਨ ਦੇ ਵਿੱਚ ਵੈਰ। ਔਰ ਔਰਤ ਦੀ ਸੰਤਾਨ ਕੌਣ ਕਹਿਲਾਇਆ? ਪ੍ਰਭੂ ਯਿਸੂ। ਸੰਤਾਨ ਹਮੇਸ਼ਾ ਜਿਹੜੀ ਹੁੰਦੀ ਆ ਉਹ ਮਰਦ ਦੀ ਹੁੰਦੀ ਹੈ। ਇਸ ਕਰਕੇ ਹਮੇਸ਼ਾ ਉਸ ਨੂੰ ਨਾਮ ਜਿਹੜਾ ਦਿੱਤਾ ਜਾਂਦਾ, ਫੈਮਿਲੀ ਨੇਮ ਜਿਹੜਾ ਦਿੱਤਾ ਜਾਂਦਾ, ਉਹ ਬਾਪ ਦੀ ਸਾਈਡ ਤੋਂ ਦਿੱਤਾ ਜਾਂਦਾ। ਬਾਪ ਦੀ ਸਾਈਡ ਤੋਂ ਹਮੇਸ਼ਾ ਫੈਮਿਲੀ। ਪਰ ਇੱਥੇ ਜਿਹੜੀ ਮੇਨ ਚੀਜ਼ ਉਸਨੇ ਕਹੀ ਆ, ਮੈਂ ਤੇਰੇ ਅਤੇ ਔਰਤ ਦੇ ਵਿੱਚ, ਤੇਰੀ ਸੰਤਾਨ ਅਤੇ ਔਰਤ ਦੀ ਸੰਤਾਨ ਦੇ ਵਿੱਚ ਵੈਰ ਪਾਵਾਂਗਾ। ਉਹ ਤੇਰੀ ਸਿਰੀ ਫੇਵੇਂਗਾ ਅਤੇ ਤੂੰ ਉਸਦੀ ਹੱਡੀ ਰਹੇਗਾ। ਜਿਸ ਵੇਲੇ ਪੈਸ਼ਨ ਆਫ ਕ੍ਰਾਈਸਟ ਦੇਖਦੇ ਪਏ ਸੀ, ਜਿਸ ਵੇਲੇ ਦੂਜੇ ਬਾਗ ਦੇ ਵਿੱਚ ਉਹ ਪਹੁੰਚਾਇਆ, ਪ੍ਰਭੂ ਗਤਸਮਨੀ ਦੇ ਬਾਗ ਦੇ ਵਿੱਚ ਪਹੁੰਚਾਇਆ, ਕਿ ਅਦਨ ਦਾ ਬਾਗ, ਉੱਥੇ ਉਸਨੇ ਉਸਨੂੰ ਬਹੁਤ ਕੁਝ ਦਿਖਾਇਆ। ਲੇਕਿਨ ਉਸਨੇ ਉਸੇ ਸੱਪ ਦੀ ਸਿਰੀ ਦੇ ਉੱਤੇ ਆਪਣਾ ਪੈਰ ਰੱਖ ਦਿੱਤਾ ਕਿ ਨਹੀਂ, ਮੇਰਾ ਤੇਰਾ ਮੈਨੂੰ ਕੁਛ ਨਹੀਂ ਚਾਹੀਦਾ। ਜੋ ਪਿਆਲਾ ਤਿਆਰ ਕੀਤਾ ਗਿਆ ਮੈਂ ਉਹ ਪੀਊਂਗਾ, ਉਹ ਮੇਰਾ ਪਿਆਲਾ ਹੈ, ਉਹ ਮੈਂ ਪੀਊਂਗਾ। ਮੈਂ ਇਹਨਾਂ ਦੀ ਨਜਾਤ ਲੈ ਕੇ ਆਊਂਗਾ, ਮੈਂ ਇਹਨਾਂ ਨੂੰ ਮੁਕਤੀ ਦਊਂਗਾ। ਮੈਂ ਤੇਰੇ ਵਿੱਚ ਅਤੇ ਔਰਤ ਦੀ ਸੰਤਾਨ ਦੇ ਵਿੱਚ ਵੈਰ ਪਾਵਾਂਗਾ। ਉਹ ਤੇਰੀ ਸਿਰੀ ਫੇਵੇਂਗੀ, ਤੂੰ ਉਸਦੀ ਹੱਡੀ ਰਹੇਗਾ। ਔਰਤ ਜਿਸਨੇ ਬਰਾਬਰੀ ਕਰਨੀ ਸੀ, ਸਾਰੀ ਉਮਰ ਮੋਢੇ ਦੇ ਨਾਲ ਮੋਢਾ ਲਾ ਕੇ ਚੱਲਣਾ ਸੀ, ਉਸਨੂੰ ਇਸ ਤੋਂ ਇਹ ਮਿਲਿਆ। ਪ੍ਰਭੂ ਪਰਮੇਸ਼ਰ ਨੇ ਔਰਤ ਨੂੰ ਕਿਹਾ, ਮੈਂ ਤੇਰੇ ਗਰਭ ਦੀ ਪੀੜ ਵਧਾਵਾਂਗਾ, ਤਾਂ ਪੀੜ ਦੇ ਵਿੱਚ ਬੱਚੇ ਜੰਮਣਗੇ। ਤੇਰੀ ਚਾਹ ਫਿਰ ਵੀ ਆਪਣੇ ਪਤੀ ਦੇ ਵੱਲ ਹੋਵੇਗੀ, ਜੋ ਤੇਰੇ ਤੇ ਰਾਜ ਕਰੇ, ਜੋ ਤੇਰੇ ਤੇ ਰਾਜ ਕਰੇਗਾ। ਜਿਸ ਲਈ ਅਸੀਂ ਦੁਆਰਾ ਜੈਨੇਸਿਸ ਦੇ ਵਿੱਚੋਂ ਨਿਕਲਾਂਗੇ ਤਾਂ ਫਿਰ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਾਂਗੇ। ਲੇਕਿਨ ਬੰਦੇ ਨੂੰ ਜਿਹੜਾ ਸਰਾਪ ਮਿਲਿਆ ਉਹ ਇਹ ਮਿਲਿਆ, ਆਦਮੀ ਨੂੰ ਕਿਹਾ ਕਿਉਂਕਿ ਤੂੰ ਆਪਣੀ ਪਤਨੀ ਦੀ ਗੱਲ ਮੰਨੀ, ਤੈਨੂੰ ਹੁਕਮ ਦਿੱਤਾ ਗਿਆ ਸੀ, ਇਹਨੂੰ ਨਹੀਂ ਦਿੱਤਾ ਗਿਆ ਸੀ, ਤੈਨੂੰ ਹੁਕਮ ਦਿੱਤਾ ਗਿਆ ਸੀ। ਕਿਉਂਕਿ ਤੂੰ ਉਸਦੀ ਗੱਲ ਮੰਨੀ, ਮੇਰੇ ਮਨਾ ਕੀਤੇ ਰੁੱਖ ਦਾ ਫਲ ਖਾਧਾ, ਤੇਰੇ ਕਾਰਨ ਧਰਤੀ ਸਰਾਪਤ ਹੋਈ। ਤੂੰ ਕੜੀ ਮਿਹਨਤ ਦੇ ਨਾਲ ਇਸ ਤੋਂ ਜੀਵਨ ਭਰ ਖਾਏਂਗਾ। ਕੰਡੇ ਤੇ ਝਾੜੀਆਂ ਇਹ ਤੇਰੇ ਲਈ ਪੈਦਾ ਕਰੇਗੀ। ਤੂੰ ਖੇਤ ਦਾ ਸਾਗ ਪੱਤ ਖਾਏਂਗਾ। ਤੂੰ ਜੀਵਨ ਭਰ ਆਪਣੇ ਮੁੜਕੇ ਦੀ ਕਮਾਈ ਦੀ ਰੋਟੀ ਖਾਏਂਗਾ। ਤੂੰ ਮਿੱਟੀ ਦੇ ਵਿੱਚੋਂ ਕੱਢਿਆ ਗਿਆ ਹੈ, ਮਿੱਟੀ ਦੇ ਵਿੱਚ ਮਿੱਟੀ ਦੇ ਵਿੱਚੋਂ ਤੂੰ ਕੱਢਿਆ ਗਿਆ, ਤਾਂ ਮਿੱਟੀ 'ਚ ਤੂੰ ਮਿਲ ਜਾਏਗਾ। ਔਰ ਜਿਸ ਲਈ ਅਸੀਂ
ਅੱਗੇ ਜਾ ਕੇ ਦੇਖਦੇ ਹਾਂ। ਸੋ ਹੁਣ ਸਰਾਪ ਤੋਂ ਬਾਅਦ ਆਦਮੀ ਨੇ ਆਪਣੀ ਔਰਤ ਦਾ ਨਾਂ, ਪਤਨੀ ਦਾ ਨਾਂ ਹਵਾ ਰੱਖਿਆ, ਕਿਉਂਕਿ ਉਹ ਮਾਨਵ ਜਾਤੀ ਦੀ ਮਾਂ ਸੀ। ਪ੍ਰਭੂ ਪਰਮੇਸ਼ਰ ਨੇ ਆਦਮ ਤੇ ਉਸਦੀ ਪਤਨੀ ਨੂੰ ਚਮੜੇ ਦੇ ਕੱਪੜੇ ਪਵਾਏ ਅਤੇ ਉਹਨਾਂ ਕੱਪੜੇ ਬਣਾਏ ਔਰ ਉਹਨਾਂ ਨੂੰ, ਯਾਨੀ ਕਿ ਅਸੀਂ ਇਹ ਦੇਖਦੇ ਪਏ ਹਾਂ ਕਿ ਉੱਥੇ ਕਿਸੇ ਜਾਨਵਰ ਨੂੰ ਹੁਣ ਜਾਨ ਦੇਣੀ ਪਈ। ਉਹਨਾਂ ਨੂੰ ਉੱਥੇ ਵੀ ਤੇ ਚਮੜਾ ਹੋਏਗਾ ਤੇ ਚਮੜਾ ਤਾਂ ਜਾਨਵਰ ਦਾ ਹੀ ਹੈ। ਸੋ ਉੱਥੇ ਬਲੀ ਦਿੱਤੀ ਗਈ ਕਿਸੇ ਜਾਨਵਰ ਦੀ, ਔਰ ਉਸਦੇ ਕੱਪੜੇ ਬਣਾ ਕੇ ਉਸਦੀ ਮਾਸੂਮੀਅਤ ਦੇ ਵਿੱਚ ਪ੍ਰਭੂ ਨੇ ਉਹਨਾਂ ਨੂੰ ਛੁਪਾ ਦਿੱਤਾ। ਔਰ ਹੁਣ ਅਸੀਂ ਅਗਲਾ ਹਿੱਸਾ ਦੇਖਾਂਗੇ 22 ਤੋਂ ਲੈ ਕੇ 24 ਤੱਕ, ਜਿਸ ਨੂੰ ਨਹੀਂ ਪੜ੍ਹਨੇ ਬਸ। ਹਾਂਜੀ ਹਾਂਜੀ। ਆਦਮ ਅਤੇ ਹਵਾ ਦਾ ਬਾਗ ਵਿੱਚੋਂ ਕੱਢੇ ਜਾਣਾ। ਪ੍ਰਭੂ ਪਰਮੇਸ਼ਰ ਨੇ ਕਿਹਾ, ਹੁਣ ਆਦਮੀ ਸਾਡੇ ਵਰਗਾ ਹੋ ਗਿਆ ਤੇ ਭਲੇ ਅਤੇ ਬੁਰੇ ਦਾ ਕਿਆ ਗਿਆਨ ਰੱਖਦਾ ਹੈ। ਹੋ ਸਕਦਾ ਹੈ ਕਿ ਉਹ ਹੱਥ ਵਧਾ ਕੇ ਜੀਵਨ ਦੇ ਰੁੱਖ ਦਾ ਫਲ ਵੀ ਤੋੜ ਕੇ ਖਾ ਲਵੇ ਅਤੇ ਹਮੇਸ਼ਾ ਤੱਕ ਜੀਵੇ। ਸੋ ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਅਦਨ ਦੇ ਬਾਗ ਵਿੱਚੋਂ ਕੱਢ ਕੇ ਉਸ ਮਿੱਟੀ ਨੂੰ ਵਾਹੁਣ ਲਈ ਘੱਲ ਦਿੱਤਾ ਜਿਸ ਵਿੱਚੋਂ ਉਹ ਕੱਢਿਆ ਗਿਆ ਸੀ। ਪ੍ਰਭੂ ਪਰਮੇਸ਼ਰ ਨੇ ਆਦਮੀ ਨੂੰ ਬਾਹਰ ਕੱਢਣ ਦੇ ਪਿੱਛੋਂ ਬਾਗ ਦੇ ਪੂਰਬੀ ਪਾਸੇ ਦੂਤਾਂ ਦਾ ਅਤੇ ਉਸਦੇ ਚਾਰੇ ਪਾਸੇ ਨੰਗੀ ਚਮਕਦੀ ਤਲਵਾਰ ਦਾ ਪਹਿਰਾ ਲਾ ਦਿੱਤਾ ਕਿ ਉਹ ਜੀਵਨ ਦੇ ਰੁੱਖ ਦੀ ਰਾਖੀ ਕਰਨ। ਸੋ ਦੂਤ ਕਿਸ ਚੀਜ਼ ਦੀ ਰਾਖੀ ਕਰਦੇ ਪਏ? ਬਾਗ ਦੀ ਰਾਖੀ ਕਰਦੇ ਪਏ? ਜੀਵਨ ਦੇ ਰੁੱਖ ਦੀ ਰਾਖੀ ਕਰਦੇ। ਔਰ ਇਸ ਕਰਕੇ ਜਿਸ ਵੇਲੇ ਉਹਨਾਂ ਨੇ ਸੰਦੂਕ ਬਣਾਇਆ ਸੀ ਜਿਸ ਦੇ ਵਿੱਚ ਪ੍ਰਭੂ ਦੀਆਂ 10 ਕਮੈਂਡਮੈਂਟਸ ਸੀਗੀਆਂ, ਸਾਰੀਆਂ ਚੀਜ਼ਾਂ ਬਣਾਈਆਂ ਸੀ, ਉਸ ਦੇ ਉੱਤੇ ਵੀ ਕਰੂਬੀਆਂ ਦਾ ਪਹਿਰਾ ਲਾਇਆ ਗਿਆ ਸੀ। ਔਰ ਉੱਥੇ ਸਾਲ ਦੇ ਵਿੱਚ ਸਿਰਫ ਇੱਕ ਵਾਰੀ ਮਹਾਪੁਰੋਹਿਤ ਜਾਂਦਾ ਸੀ ਔਰ ਉੱਥੇ ਬਲੀ ਦਾ ਖੂਨ ਤੇ ਸੁਗੰਧ ਬਲੀ ਲੈ ਕੇ ਜਾਂਦਾ ਸੀ ਔਰ ਆਪਣੇ ਪਾਪ ਦਾ ਤੇ ਆਪਣੇ ਲੋਕਾਂ ਦੇ ਪਾਪ ਦਾ ਪਛਤਾਵਾ ਲੈ ਕੇ ਜਾਂਦਾ ਸੀ। ਪਛਤਾਵਾ ਜਿੱਦਾਂ ਇੱਥੇ ਹੋਇਆ। ਇੱਥੇ ਜਿਹੜੇ ਕੱਪੜੇ ਪਵਾਏ ਗਏ ਇਹ ਉਹ ਨਿਸ਼ਾਨੀ ਆ ਕਿ ਪ੍ਰਭੂ ਨੇ ਉਹਨਾਂ ਦੇ ਉੱਤੇ ਕਿਸੇ ਮਾਸੂਮ ਦੇ ਕੱਪੜੇ ਲਾ ਕੇ ਉਹਨਾਂ ਦੇ ਉੱਤੇ ਪਾਤੇ। ਐਂਡ ਦੈਟ ਵਾਸ ਇਹ ਬਲੀ ਸੀ, ਇਹ ਕੁਰਬਾਨੀ ਸੀ। ਔਰ ਇਸ ਕਰਕੇ ਉਹ ਕੁਰਬਾਨੀ ਦੀ ਜਿਹੜਾ ਮਾਸ ਵੀ ਹੁੰਦਾ ਸੀਗਾ ਉਹਨੂੰ ਖਾ ਨਹੀਂ ਸੀ ਸਕਦੇ। ਉਹ ਹੋਰ ਕਿਸਮ ਦੀਆਂ ਚੀਜ਼ਾਂ ਹੁੰਦੀਆਂ ਸੀ, ਹੋਰ ਕਿਸਮ ਦੀਆਂ ਬਲੀਆਂ ਸੀ ਜਿਹੜੀਆਂ ਉਹ ਖਾ ਸਕਦੇ ਸੀ। ਖੁਸ਼ੀ ਦੀਆਂ ਬਲੀਆਂ ਉਹ ਖਾ ਸਕਦੇ ਸੀ, ਪਰ ਪਛਤਾਵੇ ਦੀ ਜਿਹੜੀ ਬਲੀ ਸੀ ਉਸ ਦਾ ਮਾਸ, ਸਾਰੇ ਦਾ ਸਾਰਾ ਮਾਸ ਜਲਾਇਆ ਜਾਂਦਾ ਸੀ। ਪ੍ਰਭੂ ਨੇ ਉਹਨਾਂ ਨੂੰ ਮਾਸੂਮੀਅਤ ਦੀ ਸਕਿਨ ਦੇ ਅੰਦਰ ਪਾ ਦਿੱਤਾ ਤਾਂ ਕਿ ਪ੍ਰਭੂ ਉਹਨਾਂ ਦੇ ਨਾਲ ਗੱਲ ਕਰ ਸਕੇ। ਲੇਕਿਨ ਉਹਨਾਂ ਨੂੰ ਉੱਥੋਂ ਬਾਹਰ ਕੱਢ ਦਿੱਤਾ ਔਰ ਜਿਹੜਾ ਪਹਿਰਾ ਲੱਗਾ ਉਹ ਜੀਵਨ ਦੇ ਰੁੱਖ ਦੇ ਆਲੇ ਦੁਆਲੇ ਲੱਗਾ। ਔਰ ਫਿਰ ਉਸ ਦੀ ਨਿਸ਼ਾਨੀ ਜਿਹੜਾ ਪਰਮੇਸ਼ਰ ਦਾ ਪਵਿੱਤਰ ਤੰਬੂ ਬਣਾਇਆ ਗਿਆ, ਉਹਦੇ ਪਰਦੇ ਦੇ ਪਿੱਛੇ ਜਿਹੜੀਆਂ 10 ਕਮੈਂਡਮੈਂਟਸ ਰੱਖੀਆਂ ਗਈਆਂ, 10 ਹੁਕਮ ਪਰਮੇਸ਼ਰ ਦੇ ਰੱਖੇ ਗਏ ਔਰ ਉਹਨਾਂ ਦੇ ਉੱਤੇ ਫਿਰ ਕਰੂਬੀਆਂ ਦਾ ਪਹਿਰਾ ਸੀ ਔਰ ਮੋਰੇ ਇੱਕ ਦਰਵਾਜ਼ਾ ਸੀ ਜਿਹੜਾ ਬੰਦ ਸੀ। ਲੇਕਿਨ ਇਹਨਾਂ ਦੀਆਂ ਔਲਾਦਾਂ ਨੇ ਗਾਂ ਜਾ ਕੇ ਉਸ ਦਰਵਾਜ਼ੇ ਦੇ ਮੋਰੇ ਇੱਕ ਤਾਲਾ ਵੀ ਲਾਤਾ। ਆਓ ਹੁਣ ਅਸੀਂ ਉਸ ਤਾਲੇ ਨੂੰ ਦੇਖੀਏ। ਮੇਰੇ ਨਾਲ ਕੂਚ ਦਾ 20ਵਾਂ ਭਾਗ ਪੜ੍ਹੋ। ਇਸ ਤੋਂ ਉਤਪਤ ਤੋਂ ਅਗਲੀ ਪੁਸਤਕ ਹੈ ਕੂਚ ਦੀ, ਜਿਸ ਨੂੰ ਮਿਲ ਜਾਏ ਪੰਨਾ ਵੀ ਦੱਸਦਾ। ਪੰਨਾ ਹੈਗਾ 107 ਔਰ ਅਸੀਂ 20ਵਾਂ ਭਾਗ
ਪਹਿਲਾਂ ਉਸ ਦੀ 1 ਤੋਂ 17 ਆਇਤ ਤੱਕ ਦੇਖਾਂਗੇ ਕਿ ਜਿਹੜੇ ਪ੍ਰਭੂ ਨੇ ਸਾਨੂੰ ਹੁਕਮ ਦਿੱਤੇ ਉਹ ਕੀ ਹੁਕਮ ਸੀ। मैं पढ़ देनी पास्टर जी। Go ahead, ਮੇਰੀ ਗੱਲ। ਅਗਲਾ ਹਿੱਸਾ ਵੀ ਤੁਸੀਂ ਪੜ੍ਹਨਾ, ਅਗਲਾ ਹਿੱਸਾ ਵੀ ਤੁਸੀਂ ਪੜ੍ਹਨਾ। So we can go good. ਹਾਂ, पेज नंबर हैगा 107। 10 ਹੁਕਮ। ਪਰਮੇਸ਼ਵਰ ਨੇ ਸਭ ਕਿਹਾ, ਮੈਂ ਹੀ ਉਹ ਪ੍ਰਭੂ ਪਰਮੇਸ਼ਵਰ ਹਾਂ ਜੋ ਤੁਹਾਨੂੰ ਮਿਸਰ ਦੀ ਗੁਲਾਮੀ ਤੋਂ ਛੁਡਾ ਕੇ ਲਿਆਇਆ ਹਾਂ। ਤੂੰ ਮੇਰੇ ਤੋਂ ਸਿਵਾਏ ਕਿਸੇ ਦੂਜੇ ਦੇਵਤੇ ਦੀ ਉਪਾਸਨਾ ਨਾ ਕਰਨਾ। ਤੂੰ ਆਪਣੇ ਲਈ ਨਾ ਕੋਈ ਘੜੀ ਮੂਰਤ, ਨਾ ਹੀ ਕਿਸੇ ਚੀਜ਼ ਦੀ ਸੂਰਤ ਜੋ ਉੱਤੇ ਆਕਾਸ਼ ਤੇ ਹੋਵੇ ਜਾਂ ਧਰਤੀ ਦੇ ਹੇਠ ਜਾਂ ਪਾਣੀਆਂ ਦੇ ਅੰਦਰ ਹੋਵੇ ਬਣਾਉਣਾ। ਤੂੰ ਉਹਨਾਂ ਨੂੰ ਬਣਾ ਕੇ ਉਹਨਾਂ ਅੱਗੇ ਮੱਥਾ ਨਾ ਟੇਕਣਾ, ਕਿਉਂਕਿ ਮੈਂ ਈਰਖਾ ਕਰਨ ਵਾਲਾ ਪਰਮੇਸ਼ਵਰ ਹਾਂ। ਮੈਂ ਉਹਨਾਂ ਤੋਂ ਜੋ ਮੈਨੂੰ ਘਿਰਣਾ ਕਰਦੇ ਹਨ ਅਤੇ ਮੇਰੇ ਵਿਰੁੱਧ ਅਪਰਾਧ ਕਰਦੇ ਹਨ, ਉਹਨਾਂ ਦੇ ਬੱਚਿਆਂ ਤੋਂ ਬਦਲਾ ਲੈਂਦਾ ਹਾਂ, ਇੱਥੋਂ ਤੱਕ ਕਿ ਉਹਨਾਂ ਦੀ 3 4 ਪੀੜ੍ਹੀ ਕੋਲੋਂ ਵੀ। ਪਰ ਉਹਨਾਂ ਹਜ਼ਾਰਾਂ ਤੇ ਆਪਣੀ ਦਇਆ ਕਰਦਾ ਹਾਂ ਜੋ ਮੈਨੂੰ ਪਿਆਰ ਕਰਦੇ ਅਤੇ ਮੇਰੇ ਹੁਕਮਾਂ ਦੀ ਪਾਲਣਾ ਕਰਦੇ ਹਨ। ਤੂੰ ਪ੍ਰਭੂ ਆਪਣੇ ਪਰਮੇਸ਼ਵਰ ਦਾ ਨਾਂ ਵਿਅਰਥ ਨਾ ਲੈਣਾ, ਕਿਉਂਕਿ ਪ੍ਰਭੂ ਆਪਣਾ ਨਾਂ ਵਿਅਰਥ ਲੈਣ ਵਾਲਿਆਂ ਨੂੰ ਦੋਸ਼ੀ ਠਹਿਰਾਉਂਦਾ ਹੈ। ਤੂੰ 7ਵੇਂ ਦਿਨ ਨੂੰ ਪਵਿੱਤਰ ਸਬਤ ਕਰਕੇ ਮੰਨਣਾ। 6 ਦਿਨ ਤੂੰ ਆਪਣੇ ਸਾਰੇ ਕੰਮ ਕਾਜ ਕਰਨਾ, ਪਰ 7ਵੇਂ ਦਿਨ ਨੂੰ ਤੂੰ ਪ੍ਰਭੂ ਆਪਣੇ ਪਰਮੇਸ਼ਵਰ ਦਾ ਸਬਤ ਕਰਕੇ ਮਨਾਉਣਾ। ਇਸ ਦਿਨ ਨੂੰ ਤੂੰ ਕੋਈ ਕੰਮ ਨਾ ਕਰਨਾ, ਨਾ ਤੂੰ, ਨਾ ਤੇਰਾ ਧੀ ਪੁੱਤਰ, ਨਾ ਤੇਰਾ ਨੌਕਰ ਨੌਕਰਾਣੀ, ਨਾ ਹੀ ਤੇਰਾ ਪਸ਼ੂ, ਇੱਥੋਂ ਤੱਕ ਕਿ ਤੇਰੇ ਘਰ ਠਹਿਰਾਇਆ ਪਰਦੇਸੀ ਵੀ। ਪ੍ਰਭੂ ਨੇ 6 ਦਿਨਾਂ ਵਿੱਚ ਸਵਰਗ, ਧਰਤੀ, ਸਮੁੰਦਰ ਅਤੇ ਜੋ ਕੁਝ ਇਹਨਾਂ ਵਿੱਚ ਹੈ ਬਣਾਇਆ, ਪਰ 7ਵੇਂ ਦਿਨ ਉਸਨੇ ਆਰਾਮ ਕੀਤਾ। ਇਸ ਲਈ ਉਸਨੇ ਇਸ ਦਿਨ ਨੂੰ ਸਬਤ ਕਰਕੇ ਪਵਿੱਤਰ ਠਹਿਰਾਇਆ। ਤੂੰ ਆਪਣੇ ਮਾਂ-ਪਿਓ ਦਾ ਆਦਰ ਕਰਨਾ, ਇਹ ਕਾਰਨ ਤੇ ਤੂੰ ਉਸ ਧਰਤੀ ਤੇ ਲੰਮੀ ਉਮਰ ਗੁਜ਼ਾਰੇਂਗਾ ਜੋ ਪ੍ਰਭੂ ਤੇਰਾ ਪਰਮੇਸ਼ਵਰ ਦੇਵੇਗਾ। ਤੂੰ ਕਤਲ ਨਾ ਕਰਨਾ, ਤੂੰ ਵਿਭਚਾਰ ਨਾ ਕਰਨਾ, ਤੂੰ ਚੋਰੀ ਨਾ ਕਰਨਾ, ਤੂੰ ਆਪਣੇ ਗੁਆਂਢੀ ਦੇ ਵਿਰੁੱਧ ਝੂਠੀ ਗਵਾਹੀ ਨਾ ਦੇਣਾ, ਤੂੰ ਆਪਣੇ ਗੁਆਂਢੀ ਦੀ ਕਿਸੇ ਚੀਜ਼ ਦੀ ਲਾਲਸਾ ਨਾ ਕਰਨਾ, ਨਾ ਉਸਦੀ ਪਤਨੀ ਦੀ, ਨਾ ਨੌਕਰ ਜਾਂ ਨੌਕਰਾਣੀ ਦੀ, ਨਾ ਬਲਦ ਜਾਂ ਗਧੇ ਦੀ, ਅਤੇ ਨਾ ਹੀ ਉਸਦੀ ਕਿਸੇ ਚੀਜ਼ ਦੀ। ਦੇਖੋ ਪ੍ਰਭੂ ਦੇ ਵਚਨ ਦੇ ਵਿੱਚ ਜਿਹੜੇ ਪ੍ਰਭੂ ਨੇ ਹੁਕਮ ਦਿੱਤੇ ਆ, ਪ੍ਰਭੂ ਯਿਸੂ ਮਸੀਹ ਨੇ ਇਹਨਾਂ ਨੂੰ 2 ਹੁਕਮਾਂ ਦੇ ਵਿੱਚ ਵੰਡ ਦਿੱਤਾ। ਤੂੰ ਆਪਣੇ ਪ੍ਰਭੂ ਦੀ ਸਾਰੀ ਜਾਨ, ਆਪਣੀ ਸਾਰੀ ਜਾਨ, ਆਪਣੀ ਸਾਰੇ ਮਨ ਔਰ ਆਤਮਾ ਦੇ ਨਾਲ ਉਸਦੀ ਪ੍ਰਸਤਿਸ਼, ਔਰ ਦੂਜਾ ਤੂੰ ਆਪਣੇ ਗੁਆਂਢੀ ਨੂੰ ਉਨਾ ਹੀ ਪਿਆਰ ਕਰ ਜਿੰਨਾ ਤੂੰ ਆਪਣੇ ਆਪ ਨੂੰ ਕਰ। ਅਗਰ ਤੁਸੀਂ ਪਿਛਲੀਆਂ 5:13 ਤੋਂ ਲੈ ਕੇ 17 ਤੱਕ ਦੇਖਦੇ ਹੋ, ਜਿਹੜੀਆਂ 5 ਆ ਉਹ ਮੇਰੀਆਂ ਤੇ ਮੇਰੇ ਸਮਾਜ ਦੇ ਵਿੱਚ, ਜਿਹੜੀ ਉਸ ਤੋਂ ਉੱਤੇ ਜਿਹੜੀ 4ਥੀ ਕਮੈਂਡਮੈਂਟ ਆ, ਉਹ 5ਵੀਂ ਕਮੈਂਡਮੈਂਟ ਸੌਰੀ, ਉਹ ਮਾਂ-ਬਾਪ ਜਿਹਨਾਂ ਤੋਂ ਮੈਂ ਪੈਦਾ ਹਾਂ, ਜਿਹੜਾ ਮੇਰਾ ਇਸ ਧਰਤੀ ਦੇ ਉੱਤੇ ਜਿੱਥੇ ਮੈਂ ਪੈਦਾ ਔਰ ਜਿਹਨਾਂ ਤੋਂ ਮੈਂ ਪੈਦਾ, ਪਰ ਜਿਹੜੀਆਂ ਪਹਿਲੀਆਂ 4 ਆ ਉਹ ਸਾਰੇ ਦੀਆਂ ਸਾਰੀਆਂ ਪ੍ਰਭੂ ਦੇ ਨਾਲ ਮੇਰਾ ਰਿਸ਼ਤਾ ਕੀਤਾ ਹੋਣਾ ਚਾਹੀਦਾ। ਸੋ upward, homeward and forward, ਇਹ ਸਾਨੂੰ ਜਿਹੜੀਆਂ ਇਹ ਸਾਰਾ ਕੁਝ ਸਾਨੂੰ ਦਿੱਤਾ ਗਿਆ। ਲੇਕਿਨ ਹੁਣ ਅੱਗੇ ਅਸੀਂ ਦੇਖਾਂਗੇ 18 ਆਇਤ ਤੋਂ ਲੈ ਕੇ 21 ਆਇਤ ਤੱਕ। ਪੜ੍ਹਦੇ ਤੁਸੀਂ ਪੜ੍ਹਦੇ ਹੋ ਇਸ ਨੂੰ। ਲੋਕਾਂ ਦਾ ਡਰ। ਪਰ ਜਦੋਂ ਲੋਕਾਂ ਗਰਜਣਾ ਸੁਣੀਆਂ, ਬਿਜਲੀਆਂ ਚਮਕਦੀਆਂ ਦੇਖੀਆਂ ਅਤੇ ਤੇਜ਼ ਬਿਗਲ ਦੀ ਆਵਾਜ਼ ਸੁਣੀ, ਪਹਾੜ ਤੋਂ ਧੂਆਂ ਉੱਠਦਾ ਦੇਖਿਆ ਤਾਂ ਬਹੁਤ ਡਰ ਗਏ ਅਤੇ ਦੂਰ ਜਾ ਕੇ ਖੜੇ ਹੋ ਗਏ। ਉਹਨਾਂ ਨੇ ਮੂਸਾ ਨੂੰ ਕਿਹਾ, ਸਾਡੇ ਨਾਲ ਤੂੰ ਹੀ ਗੱਲਬਾਤ ਕਰ, ਅਸੀਂ ਮਰ ਜਾਵਾਂਗੇ ਜੇਕਰ ਪਰਮੇਸ਼ਵਰ ਸਾਡੇ ਨਾਲ ਕਰੇਗਾ। ਮੂਸਾ ਨੇ ਲੋਕਾਂ ਨੂੰ ਕਿਹਾ, ਤੁਸੀਂ ਡਰੋ ਨਾ, ਪਰਮੇਸ਼ਵਰ ਤੁਹਾਨੂੰ ਕੇਵਲ ਪਰਖਣ ਆਇਆ ਹੈ ਕਿ ਤੁਸੀਂ ਹਮੇਸ਼ਾ ਉਸ ਤੋਂ ਡਰੋ ਅਤੇ ਪਾਪ ਨਾ ਕਰੋ। ਪਰ ਲੋਕ ਦੂਰ ਹੀ ਖੜੇ ਰਹੇ ਅਤੇ ਮੂਸਾ ਕੋਪ ਹਨੇਰੇ ਕੋਲ ਗਿਆ ਜਿੱਥੇ ਪਰਮੇਸ਼ਵਰ ਸੀ। ਵੇਦੀ ਸੰਬੰਧੀ ਵਿਵਸਥਾ। ਤਦ ਪ੍ਰਭੂ ਨੇ ਮੂਸਾ ਇੱਥੇ ਤੱਕ ਪੜ੍ਹਨਾ ਸੀ। ਹੁਣ ਇੱਥੇ ਤੁਸੀਂ ਇਹ ਦੇਖੋ ਕਿ ਪ੍ਰਭੂ ਨੇ ਕਿਹਾ ਕਿ ਲੋਕਾਂ ਨੂੰ ਇਹ ਤਾਂ ਕਿਹਾ ਕਿ ਤੁਸੀਂ ਇਸ ਸੀਨਾ ਪਹਾੜ ਦੇ ਆਲੇ ਦੁਆਲੇ ਆ ਜਾਓ ਔਰ ਮੇਰੀ ਗੱਲ ਸੁਣੋ, ਕਿਉਂਕਿ ਮੂਸਾ ਉਸਦਾ ਚੁਣਿਆ ਹੋਇਆ ਲੀਡਰ ਸੀ, ਉਹ ਅੰਦਰ ਜਾ ਸਕਦਾ ਸੀ, ਉਸ ਹਨੇਰੇ ਦੇ ਅੰਦਰ ਜਾ ਸਕਦਾ ਸੀ, ਉਸ ਦਰਵਾਜ਼ੇ ਤੋਂ ਪਾਰ ਉਹ ਜਾ ਸਕਦਾ ਸੀ। ਔਰ ਜਿਸਲੇ ਲੋਕਾਂ ਨੇ ਉਹ ਸਾਰੀ ਜਿਹੜੀ ਪ੍ਰਭੂ ਦੀ ਮਹਿਮਾ ਦੇ ਲਈ ਜੋ ਕੁਛ ਉਹਨਾਂ ਨੇ ਫਰਿਸ਼ਤੇ ਆਪਣਾ
ਜੋ ਉਸ ਜਿਸ ਲਈ ਉਹ ਚੱਲਦਾ ਸੀ ਪਰਮੇਸ਼ਰ, ਉਸ ਵੇਲੇ ਉਸਦੀ ਜਿਹੜੀ ਮਹਿਮਾ ਸੀ ਉਹ ਨਾਲ ਚੱਲ ਰਹੀ ਸੀ, ਜਿਸ ਵੇਲੇ ਲੋਕਾਂ ਨੇ ਉਹ ਸਾਰੀਆਂ ਆਵਾਜ਼ਾਂ ਸੁਣੀਆਂ, ਉਹ ਡਰ ਗਏ। ਇਹ ਕਹਿਣ ਦੀ ਬਜਾਏ ਕਿ ਪ੍ਰਭੂ ਤੂੰ ਸਾਡੇ ਤੇ ਕਿਰਪਾ ਕਰ ਤਾਂ ਕਿ ਅਸੀਂ ਤੇਰੀ ਹਜ਼ੂਰੀ ਦੇ ਵਿੱਚ ਬਣੇ ਰਹੀਏ, ਔਰ ਇਸੇ ਤਰ੍ਹਾਂ ਅਸੀਂ ਤੇਰੀ ਹਜ਼ੂਰੀ ਦੇ ਵਿੱਚ ਆਉਂਦੇ ਰਹੀਏ। ਭਾਵੇਂ ਤੂੰ ਬੱਦਲਾਂ ਦੇ ਉਸ ਪਾਰ, ਇਸ ਵੇਲੇ ਅਸੀਂ ਡਰੇ ਹਾਂ, ਲੇਕਿਨ ਤੂੰ ਸਾਨੂੰ ਤਾਕਤ ਦੇ। ਇਸ ਦੀ ਬਜਾਏ ਉਹਨਾਂ ਨੇ ਕਹਿਤਾ, ਮੂਸਾ ਨੂੰ ਕਹਿਤਾ, ਬਸ ਅੱਜ ਤੋਂ ਬਾਅਦ ਸਾਨੂੰ ਨਾ ਕਹੀਂ, ਤੂੰ ਜਾ ਸੁਣ ਤੇ ਸਾਨੂੰ ਆ ਕੇ ਦੱਸ ਦੇ, ਅਸੀਂ ਨਹੀਂ ਜਾ। ਔਰ ਇਹ ਲੀਡਰਬਾਜੀ ਉਸ ਸਮੇਂ ਤੋਂ ਸ਼ੁਰੂ ਹੋਈ ਹੈ ਸਾਰੀ ਦੁਨੀਆ ਦੇ। ਪ੍ਰਭੂ ਸਾਡਾ ਪਰਮੇਸ਼ਵਰ ਤੁਹਾਡਾ ਰਿਸ਼ਤਾ ਮੇਰੇ ਥਰੂ ਨਹੀਂ ਬਣਾਉਣਾ ਮੰਗਦਾ, ਕਿਉਂਕਿ ਮੈਂ ਪਾਗਲ। ਔਰ ਅਗਰ ਮੈਂ ਉਹ ਤੁਹਾਡੇ ਰਸਤੇ ਦੇ ਵਿੱਚ ਉਹ ਮੱਝ ਜੀ ਬਣ ਕੇ ਬਹਿ ਜਾਣਾ ਤਾਂ ਉਸ ਦੀ ਮੈਨੂੰ ਸਜ਼ਾ ਮਿਲੇਗੀ। ਪ੍ਰਭੂ ਸਾਡਾ ਪਰਮੇਸ਼ਵਰ ਇਹ ਮੰਗਦਾ ਕਿ ਜਿਸ ਤਰ੍ਹਾਂ ਮਾਂ ਬਾਪ ਦੇ 4 ਬੱਚੇ ਹੋਣ, ਉਹਨਾਂ ਨੂੰ ਚਾਰਾਂ ਦੇ ਨਾਲ ਉਹਨਾਂ ਦਾ ਇੱਕ ਰਿਸ਼ਤਾ ਹੁੰਦਾ, ਚਾਰਾਂ ਦੇ ਨਾਲ ਹੀ ਉਹਨੂੰ ਪਤਾ ਹੁੰਦਾ ਕਿ ਇਹਦੇ ਨਾਲ ਮੈਂ ਕਿਹੜੀ ਗੱਲ ਕਰਨੀ, ਕਿਹੜੀ ਨਹੀਂ ਕਰਨੀ, ਇਹਨੂੰ ਮੈਂ ਕਿੱਦਾਂ ਇਹਦੇ ਨਾਲ ਮੇਰਾ ਰਿਸ਼ਤਾ ਕਿੱਦਾਂ ਦਾ, ਇਹਦੇ ਨਾਲ ਮੇਰਾ ਰਿਸ਼ਤਾ ਕਿੱਦਾਂ ਦਾ, ਇਹਦੇ ਨਾਲ ਮੇਰਾ ਰਿਸ਼ਤਾ ਕਿੱਦਾਂ। ਸਵਾਲ ਇਹ ਨਹੀਂ ਹੈਗਾ ਕਿ ਰਿਸ਼ਤਾ ਕਿੱਦਾਂ ਦਾ, ਸਵਾਲ ਇਹ ਹੈ ਕਿ ਰਿਸ਼ਤਾ ਹੈ। ਜੇ ਸਾਨੂੰ ਪ੍ਰਭੂ ਨੇ ਆਪਣੀ ਸੰਤਾਨ ਬਣਾਇਆ ਤੇ ਉਹ ਫਿਰ ਆਪਣੀ ਸੰਤਾਨ ਦੇ ਨਾਲ ਇੱਕ ਰਿਸ਼ਤਾ ਵੀ ਰੱਖਣਾ, ਇੱਕ ਰਿਸ਼ਤਾ ਵੀ ਰੱਖਣਾ। ਔਰ ਇਹ ਬਹੁਤ ਜ਼ਰੂਰੀ ਹੈ। ਅਸੀਂ ਜਿਸ ਵੇਲੇ ਪੂਰੀ ਬਾਈਬਲ ਦੇ ਵਿੱਚ ਗੁਜ਼ਰਾਂਗੇ, ਸਾਡਾ ਇਹ ਮੇਨ ਸਬਜੈਕਟ ਹੋਏਗਾ ਕਿ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਣਾ ਸਿੱਖਾਂਗੇ ਕਿ ਉਹਦੀ ਹਜ਼ੂਰੀ ਦੇ ਵਿੱਚ, ਉਹਦੀ ਪਵਿੱਤਰ ਹਜ਼ੂਰੀ ਦੇ ਵਿੱਚ ਬੱਦਲਾਂ ਦੇ ਪਾਰ ਕਿੱਦਾਂ ਜਾਇਆ ਜਾਂਦਾ, ਕਿਸ ਤਰ੍ਹਾਂ ਉਹਦੀ ਹਜ਼ੂਰੀ ਦੇ ਵਿੱਚ ਬੈਠਿਆ ਜਾਂਦਾ, ਕਿਸ ਤਰ੍ਹਾਂ ਉਹਦੀ ਹਜ਼ੂਰੀ ਦੇ ਵਿੱਚ ਕਣ ਕਣ ਵਧਿਆ ਜਾਂਦਾ। ਔਰ ਉਹ ਇਹ ਨਹੀਂ ਕਿ ਅਸੀਂ ਬਹੁਤ ਧਾਰਮਿਕ ਬਣ ਜਾਵਾਂਗੇ। ਪ੍ਰਭੂ ਸਾਨੂੰ ਧਾਰਮਿਕ ਬਣਾਉਣ ਨਹੀਂ ਆਇਆ, ਉਹ ਸਾਨੂੰ ਮੁਕਤ ਕਰਨ ਦੇ ਲਈ ਆਇਆ, ਉਹ ਸਾਨੂੰ ਬਰਕਤ ਬਣਾਉਣ ਦੇ ਲਈ ਆਇਆ। ਧਾਰਮਿਕ ਇਸ ਦੁਨੀਆ 'ਚ ਬਹੁਤ, ਧਾਰਮਿਕ ਮਸੀਹਤ ਦੇ ਵਿੱਚ ਬਹੁਤ, ਪਰ ਬਰਕਤਾਂ ਥੋੜੀਆਂ। ਉਹ ਇਸ ਟੁੱਟੇ ਕੁੱਜੇ ਨੂੰ ਬਰਕਤ ਬਣਾਉਣਾ ਹੈ ਕਿ ਜਿਸ ਵੇਲੇ ਕੋਈ ਇਹਦੇ ਲਾਗੇ ਆ ਕੇ ਬੈਠੇ ਤਾਂ ਘੁੱਟ ਪਾਣੀ ਦਾ ਪੀ ਸਕੇ। ਸਾਨੂੰ ਬਰਕਤਾਂ ਬਣਾਉਣਾ ਹੈ। ਕਿੱਦਾਂ ਬਣਿਆ ਜਾਂਦਾ ਉਹ ਬਰਕਤ, ਕਿੱਦਾਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਜਾਇਆ ਜਾਂਦਾ, ਕਿੱਦਾਂ ਪ੍ਰਭੂ ਦੇ ਬਾਰੇ ਤਾਂ ਅਸੀਂ ਜਾਣਦੇ, ਕਿੱਦਾਂ ਪ੍ਰਭੂ ਨੂੰ ਜਾਣਦੇ। ਇਹਨਾਂ ਚੀਜ਼ਾਂ ਨੂੰ ਅਸੀਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੇਖਾਂਗੇ। ਲੇਕਿਨ ਉਹਨਾਂ ਨੇ ਕਹਿਤਾ ਕਿ ਨਹੀਂ, ਸਾਨੂੰ ਨਹੀਂ ਚਾਹੀਦਾ, ਤੂੰ ਜਾ, ਤੂੰ ਖਬਰ ਲਿਆ, ਅਸੀਂ ਸਾਨੂੰ ਦੱਸ ਦੇ, ਅਸੀਂ ਉਸੇ ਤਰ੍ਹਾਂ ਕਰਾਂਗੇ। ਪਰ ਕੀ ਉਹ ਕਰ ਸਕੇ? ਨੋ। ਕਿਉਂ? ਕਿਉਂਕਿ ਉਹਨਾਂ ਨੇ ਇਸ ਚੀਜ਼ ਤੋਂ ਨਾ ਕਰ ਦਿੱਤੀ ਕਿ ਅਸੀਂ ਪ੍ਰਭੂ ਦੇ ਦਰਵਾਜ਼ੇ ਦੇ ਲਾਗੇ ਵੀ ਨਹੀਂ ਜਾਣਾ। ਔਰ ਦਰਵਾਜ਼ੇ ਦੇ ਲਾਗੇ ਵੀ ਨਹੀਂ ਜਾਣਾ ਮੰਗਦੇ। ਇੱਕ ਤਾਂ ਕਰੂਬੀਆਂ ਨੇ ਦਰਵਾਜ਼ਾ ਅੰਦਰੋਂ ਬੰਦ ਕੀਤਾ ਆ, ਔਰ ਦੂਸਰੇ ਪਾਸੇ ਉਹਨਾਂ ਨੇ ਆਪਣੇ ਆਪ ਬਾਹਰ ਇੱਕ ਤਾਲਾ ਲਾ ਲਿਆ। ਸਾਨੂੰ ਨਾ ਕਹਿ, ਸਾਨੂੰ ਨਾ ਕਹਿ। ਔਰ ਇੱਥੋਂ ਹੀ ਜਿਹੜੀ ਮੂਸਾ ਦੀ ਸੀਟ ਦੇ ਉੱਤੇ ਬੈਠੋ ਫਰੀਸੀਇਜ਼ਮ ਸ਼ੁਰੂ ਹੋਇਆ, ਫਾਰਸੀਇਜ਼ਮ ਸ਼ੁਰੂ ਹੋਇਆ, ਸੈਡੂਸੀਇਜ਼ਮ ਸ਼ੁਰੂ ਹੋਇਆ, ਧਰਮ ਗ੍ਰੰਥੀਆਂ ਦਾ ਸਾਰਾ ਕੁਝ ਸ਼ੁਰੂ ਹੋਇਆ। ਲੋਕ ਬੈਠੇ ਹੋ ਆ, ਉਹ ਦੱਸੀ ਚਲੀ ਜਾਂਦੇ ਆ ਆਪ। ਉਹਨਾਂ ਨੇ ਉਹਨਾਂ ਦੇ ਵਿੱਚੋਂ ਹੋਰ ਲੀਡਰ ਤਿਆਰ ਕਰਨੇ ਸ਼ੁਰੂ ਕਰਤੇ, ਇੱਕ ਮਹਾ ਲੀਡਰ ਤਿਆਰ ਕਰਨੇ ਸ਼ੁਰੂ ਕਰਤੇ।
ਜਿਸ ਲਈ ਅਸੀਂ ਚਰਚ ਦੇ ਮਾਡਲ ਦੇ ਵਿੱਚ ਆਏ ਹਾਂ, ਚਰਚ ਦੇ ਵਿੱਚ ਅਸੀਂ ਉਹ ਕੰਮ ਸ਼ੁਰੂ ਕਰ। ਪਰ ਪ੍ਰਭੂ ਨੇ ਬਹੁਤ ਵੱਡੀ ਦਇਆ ਕੀਤੀ ਸੀ। ਆਓ ਉਸ ਪ੍ਰਭੂ ਦੀ ਦਇਆ ਨੂੰ ਅੱਜ ਦੁਬਾਰਾ ਦੇਖੀਏ, ਔਰ ਉਸ ਤੋਂ ਬਾਅਦ ਅਸੀਂ ਵਚਨ ਦਾ ਇੱਕ ਹਿੱਸਾ ਦੇਖਾਂਗੇ ਜਿਹੜਾ ਪ੍ਰਭੂ ਯਿਸੂ ਮਸੀਹ ਨੇ ਕਿਹਾ, ਔਰ ਉਹ ਬਹੁਤ ਹੀ ਪਿਆਰਾ ਹਿੱਸਾ ਆ। ਸੋ ਅਸੀਂ ਆਓ ਛੋਟਾ ਜਿਹਾ ਹਿੱਸਾ ਪਹਿਲਾਂ ਮੱਤੀ ਦੇ ਵਿੱਚੋਂ ਪੜਾਂਗੇ। ਮੱਤੀ ਦਾ 27ਵਾਂ ਭਾਵ, ਪੇਜ 57 ਨਵੇਂ ਨਿਯਮ ਦਾ। ਨਵੇਂ ਨਿਯਮ ਦਾ ਪੇਜ 57 ਔਰ 27ਵਾਂ ਭਾਵ, ਉਸਦਾ 27ਵੇਂ ਭਾਵ ਦੇ ਵਿੱਚ ਪ੍ਰਭੂ ਯਿਸੂ ਮਸੀਹ ਦੇ ਸਲੀਬੀ ਮੌਤ ਦੇ ਬਾਰੇ ਦੱਸਿਆ ਗਿਆ। ਉਸ ਦੇ ਉੱਤੇ ਅਸੀਂ ਥੋੜਾ ਜਿਹਾ ਧਿਆਨ ਅੱਜ ਹੋਰ ਦੇਵਾਂਗੇ, ਔਰ ਫਿਰ ਅਸੀਂ ਯਹੋਨਾ ਦੇ ਵਿੱਚ ਜਾਵਾਂਗੇ। ਸੋ ਆਓ ਇਸ ਨੂੰ 45 ਤੋਂ ਲੈ ਕੇ ਕੋਈ ਜਾਣਾ 56 ਤਾਈਂ ਪੜ੍ਹ ਦਿਓ। ਪ੍ਰਭੂ ਯਿਸੂ ਦੀ ਮੌਤ। ਜਦੋਂ ਦੁਪਹਿਰਾਂ ਹੋਈਆਂ ਤਾਂ ਸਾਰੇ ਦੇਸ਼ ਉੱਤੇ ਹਨੇਰਾ ਛਾ ਗਿਆ ਅਤੇ ਦਿਨ ਦੇ ਤੀਜੇ ਪਹਿਰ ਤੱਕ ਰਿਹਾ। ਤੀਜੇ ਪਹਿਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਏਲੀ ਏਲੀ ਲਾਮਾ ਸਬਕਤਨੀ, ਜਿਸ ਦਾ ਅਰਥ ਹੈ, ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ। ਜੋ ਉੱਥੇ ਲਾਗੇ ਖੜੇ ਸਨ ਉਹਨਾਂ ਇਹ ਸੁਣਿਆ ਅਤੇ ਉਹਨਾਂ ਵਿੱਚੋਂ ਕੁਝ ਬੋਲੇ, ਦੇਖੋ ਉਹ ਏਲੀਆ ਨੂੰ ਸੱਦ ਰਿਹਾ ਹੈ। ਉਹਨਾਂ ਵਿੱਚੋਂ ਇੱਕ ਨੇ ਦੌੜ ਕੇ ਇੱਕ ਸਪੰਜ ਨੂੰ ਖੱਟੀ ਸ਼ਰਾਬ ਵਿੱਚ ਡੁੱਬਿਆ ਤੇ ਯਿਸੂ ਦੇ ਮੂੰਹ ਨੂੰ ਲਾ ਦਿੱਤਾ। ਪਰ ਦੂਜੇ ਬੋਲੇ, ਠਹਿਰ ਭਲਾ, ਦੇਖਦੇ ਹਾਂ ਕਿ ਏਲੀਆ ਇਸ ਨੂੰ ਬਚਾਉਣ ਆਉਂਦਾ ਹੈ। ਪਰ ਯਿਸੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਪ੍ਰਾਣ ਤਿਆਗ ਦਿੱਤੇ। ਉਸ ਵੇਲੇ ਮੰਦਰ ਦੇ ਅੰਦਰ ਪਰਦਾ ਉੱਤੋਂ ਤੋਂ ਹੇਠਾਂ ਤੱਕ ਪਟ ਗਿਆ। ਧਰਤੀ ਹਿੱਲ ਗਈ ਤੇ ਚਟਾਨਾਂ ਪਾਟ ਗਈਆਂ, ਕਬਰਾਂ ਖੁੱਲ ਗਈਆਂ ਤੇ ਬਹੁਤ ਸਾਰੇ ਪਰਮੇਸ਼ਰ ਦੇ ਭਗਤ ਜਿੰਦਾ ਹੋ ਗਏ ਜੋ ਮਰ ਗਏ ਸਨ। ਉਹ ਯਿਸੂ ਦੇ ਜੀ ਉੱਠਣ ਪਿੱਛੋਂ ਕਬਰਾਂ ਨੂੰ ਛੱਡ ਕੇ ਪਵਿੱਤਰ ਸ਼ਹਿਰ ਵਿੱਚ ਗਏ ਅਤੇ ਬਹੁਤਿਆਂ ਨੂੰ ਦਿਖਾਈ ਦਿੱਤੇ। ਜਦੋਂ ਅਫਸਰ ਅਤੇ ਉਸ ਦੇ ਨਾਲ ਦਿਆਂ ਨੇ ਜੇ ਉਸ ਵੇਲੇ ਯਿਸੂ ਤੇ ਪਹਿਰਾ ਦੇ ਰਹੇ ਸਨ ਧਰਤੀ ਹਿਲਦੀ ਦੇਖੀ ਅਤੇ ਇਹ ਸਭ ਹੁੰਦਾ ਦੇਖਿਆ ਤਾਂ ਉਹ ਬਹੁਤ ਡਰ ਗਏ। ਉਹ ਬੋਲੇ, ਇਹ ਸੱਚਮੁੱਚ ਹੀ ਪਰਮੇਸ਼ਰ ਦਾ ਪੁੱਤਰ ਸੀ। ਬਹੁਤ ਸਾਰੀਆਂ ਔਰਤਾਂ ਉੱਥੇ ਉਸ ਵੇਲੇ ਕੁਝ ਦੂਰੀ ਤੇ ਖੜੀਆਂ ਇਹ ਦੇਖ ਰਹੀਆਂ ਸਨ। ਉਹ ਯਿਸੂ ਦੇ ਪਿੱਛੇ ਗਲੀਲ ਤੋਂ ਆਈਆਂ ਸਨ ਤੇ ਉਹਨਾਂ ਦੀ ਸੇਵਾ ਕਰਦੀਆਂ ਸਨ ਤੇ ਉਹਨਾਂ ਵਿੱਚ ਮਰੀਅਮ ਮਗਦਲੀਨੀ, ਯਾਕੂਬ ਤੇ ਯੂਸਫ ਦੀ ਮਾਂ ਮਰੀਅਮ ਅਤੇ ਜਬਦੀ ਦੀ ਪਤਨੀ ਵੀ ਸਨ। ਪ੍ਰਭੂ ਯਿਸੂ ਦਾ ਕਬਰ ਵਿੱਚ ਰੱਖਿਆ ਜਾਣਾ। ਬਸ ਠੀਕ ਹੈ ਸਿਸਟਰ ਜੀ, ਇੱਥੇ ਤੱਕ ਪੜਾਂਗੇ। ਤੁਸੀਂ ਇੱਥੇ 3 ਚੀਜ਼ਾਂ ਦੇਖੋਗੇ ਔਰ ਇਹਨਾਂ ਨੂੰ ਬੜੇ ਧਿਆਨ ਦੇ ਨਾਲ ਦੇਖੋ ਜੋ ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਦੇਖਣ ਜਾ ਰਹੇ ਹਾਂ। ਇਸ ਵੇਲੇ ਪ੍ਰਭੂ ਯਿਸੂ ਮਸੀਹ ਦੇ ਅਸੀਂ ਕੱਲ ਜੋ ਮੂਵੀ ਦੇ ਵਿੱਚ ਦੇਖਿਆ ਸੀ, ਉਹਨਾਂ ਦੀ ਉਹ ਹਾਲਤ ਹੋ ਚੁੱਕੀ। ਤੇ ਰੋਮਨ ਸੋਲਜਰਸ ਨੇ ਇੱਕ ਤਾਂ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਮਾਰਿਆ ਸੀ, ਔਰ ਉਹ ਤਾਂ ਇੰਨੀ ਜ਼ਿਆਦਾ ਬੁਰੀ ਤਰ੍ਹਾਂ ਮਾਰਦੇ ਸੀ ਕਿਉਂਕਿ ਜਿਹੜੇ ਯਹੂਦੀਆਂ ਦੇ ਵਿੱਚ ਜਿਹੜੇ ਸਿਕਾਰੀ ਲੋਕ ਸੀਗੇ ਉਹ ਰੋਮਨਸ ਨੂੰ ਜਾਨ ਤੋਂ ਮਾਰਦੇ ਸੀ। ਮੋਸਟਲੀ ਸਿਪਾਹੀ ਹੁੰਦੇ ਸੀ ਜਿਨ੍ਹਾਂ ਨੂੰ ਉਹ ਮਾਰਦੇ ਹੁੰਦੇ ਸੀ। ਸੋ ਦੈਟ ਇਜ਼ ਅ ਡਿਫਰੈਂਟ ਸਟੋਰੀ। ਇਸ ਨੂੰ ਆਪਾਂ ਇਤਿਹਾਸਕ ਇਹ ਚੀਜ਼ ਇਸ ਨੂੰ ਆਪਾਂ ਫਿਰ ਦੇਖਾਂਗੇ। ਸੋ ਇੱਕ ਤਾਂ ਪ੍ਰਭੂ ਯਿਸੂ ਮਸੀਹ ਦਾ ਉਹ ਹਾਲ, ਪ੍ਰਭੂ ਯਿਸੂ ਮਸੀਹ ਦੇ ਕੋਲ ਬਹੁਤੀ ਤਾਕਤ ਨਹੀਂ ਹੈ ਇਸ ਵੇਲੇ ਬੋਲਣ। ਸੋ ਪ੍ਰਭੂ ਯਿਸੂ ਮਸੀਹ ਨੇ ਜਿਹੜਾ ਇਹ ਲਾਈਨ ਬੋਲੀ ਆ, ਇਹ 22ਵਾਂ ਜ਼ਬੂਰ, ਇਹ 22ਵਾਂ ਜ਼ਬੂਰ। ਅੱਛਾ, ਹੁਣ ਅਗਰ ਅਸੀਂ 22ਵੇਂ ਜ਼ਬੂਰ ਦੇ ਵਿੱਚ ਸਾਰੀਆਂ ਚੀਜ਼ਾਂ ਦੇਖੀਏ ਤਾਂ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਇੱਕ ਇਸ਼ਾਰਾ ਦਿੱਤਾ ਕਿ ਮੈਂ ਕੌਣ। ਭਜਨ 22 ਦੇ ਵਿੱਚ ਜਿਸ ਲਈ ਅਸੀਂ ਦੇਖਦੇ ਹਾਂ ਤੇ ਦੇਖੋ ਉਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ, ਇਹ ਹੈ ਪੰਨਾ 844। It's about ਧਿਆਨ ਦੇ ਨਾਲ ਦੇਖੋਗੇ about ਐਸੇ 31 ਆਇਤਾਂ। ਸੋ ਹੁਣ ਸਾਡੇ ਕੋਲ ਟਾਈਮ ਇੰਨਾ ਹੈ ਨਹੀਂ ਕਿ ਅਸੀਂ ਸਾਰੇ ਇਸ ਜ਼ਬੂਰ ਨੂੰ ਪੜ੍ਹੀਏ, ਔਰ ਲੇਕਿਨ ਮੈਂ ਤੁਹਾਨੂੰ ਇਹ ਜ਼ਬੂਰ ਪੜ੍ਹਨ ਦੇ ਲਈ ਬਾਅਦ ਦੇ ਵਿੱਚ ਇਸ ਨੂੰ ਜ਼ਰੂਰ ਪੜ੍ਹੋ। ਹੁਣ ਮੈਂ ਤਾਲੇ ਦੀ ਗੱਲ ਕਰਾਂ। ਤਾਲਾ ਜਿਹੜਾ ਸੀ ਉਹਨਾਂ ਦੇ ਹੁਣ ਦਿਮਾਗ ਦੇ ਉੱਤੇ ਲੱਗਾ ਹੈ। ਪ੍ਰਭੂ ਯਿਸੂ ਮਸੀਹ ਨੇ ਬਚਨ ਦੇ ਵਿੱਚੋਂ ਇਹ ਇੱਕ ਜ਼ਬੂਰ ਬੋਲਿਆ ਜਿਸ ਦੀ ਪਹਿਲੀ ਲਾਈਨ ਬੋਲੀ,
ਅਗਰ ਉਹਨਾਂ ਨੇ ਉਹ ਤਾਲਾ ਗੱਬੇ ਨਾ ਲਾਇਆ ਹੁੰਦਾ, ਉਹ ਮੱਝ ਗੱਬੇ ਨਾ ਬਿਠਾਈ ਹੁੰਦੀ, ਤਾਂ ਉਹਨਾਂ ਨੇ ਇਹ ਕਹਿਣਾ ਸੀਗਾ ਕਿ ਸੱਚਮੁੱਚ ਇਹ ਮਸੀਹਾ ਆ, ਕਿਉਂਕਿ ਇਹ ਜ਼ਰੂਰ ਮਸੀਹੇ ਦੇ ਲਈ ਲਿਖਿਆ ਗਿਆ ਸੀ, ਕਿਉਂਕਿ ਉਹਨਾਂ ਨੇ ਦੰਦ ਕਥਾਵਾਂ ਸੁਣੀਆਂ, ਦੰਦ ਕਥਾਵਾਂ ਸੁਣੀਆਂ, ਇਸ ਕਰਕੇ ਉਹਨਾਂ ਨੇ ਕਿਹਾ ਦੇਖੀਏ ਏਰੀਆ ਨੂੰ ਬੁਲਾ ਰਿਹਾ। ਪ੍ਰਭੂ ਯਿਸੂ ਮਸੀਹ ਐਲਿਹੋਮ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਯੂਜ਼ ਕੀਤਾ ਗਿਆ, ਜਿਸ ਵੇਲੇ ਸਭ ਤੋਂ ਪਹਿਲਾਂ ਪਰਮੇਸ਼ਵਰ ਸੀ, ਉਸਦਾ ਪ੍ਰਭੂ ਦਾ ਜਿਹੜਾ ਸਭ ਤੋਂ ਪਹਿਲਾ ਨਾਮ ਹੁੰਦਾ ਹੈ ਉਹ ਹੈ ਐਲੀਹੋਮ। ਸੋ ਪ੍ਰਭੂ ਨੇ ਤਾਂ ਉਸ ਨੂੰ ਬੁਲਾਇਆ, ਲੇਕਿਨ ਉਹਨਾਂ ਨੇ ਕਿਉਂਕਿ ਉਹ ਸਿਰਫ ਡਿਪੈਂਡੈਂਟ ਆ, ਆਪਣੇ ਆਪ ਨੂੰ ਡਿਪੈਂਡੈਂਟ ਕੀਤਾ ਆ ਕਿ ਜੋ ਇਹ ਸੁਣਾਉਣਗੇ ਅਸੀਂ ਉਹੋ ਹੀ ਸੁਣਨਾ, ਇਹ ਲਿਆ ਸਕਦੇ ਆ, ਅਸੀਂ ਨਹੀਂ ਜਾ ਸਕਦੇ, ਇਸ ਕਰਕੇ ਇਹ ਸਭ ਕੁਝ, ਇਸ ਕਰਕੇ ਜਿਹੜੀ ਸਭ ਤੋਂ ਵੱਡੀ ਬਰਕਤ ਉਹ ਗਵਾ ਗਏ ਕਿ ਜੇ ਉਹ ਇਸ ਵਚਨ ਨੂੰ ਇਸ ਤੋਂ ਸਮਝਦੇ ਹੁੰਦੇ ਕਿ ਯਿਸੂ ਮਸੀਹ ਨੇ ਜ਼ਬੂਰ ਦੇ ਵੱਲ ਇਸ਼ਾਰਾ ਕੀਤਾ ਹੈ, ਤਾਂ ਉਹ ਸੱਚਮੁੱਚ ਕਹਿੰਦੇ ਕਿ ਨਾਓ ਸਮਥਿੰਗ ਇਜ਼ ਹੈਪਨਿੰਗ ਹੇਅਰ, ਇੱਕ ਚੀਜ਼ ਕੁਝ ਹੋ ਰਿਹਾ ਇੱਥੇ। ਪਰ ਕਿਉਂਕਿ ਉਹਨਾਂ ਨੇ ਆਪਣੇ ਆਪ ਨੂੰ ਬਰੀ ਕੀਤਾ ਕਿ ਸਾਨੂੰ ਕੋਈ ਲੋੜ ਨਹੀਂ, ਇੱਕ ਬੰਦਾ ਜਾਏ ਪੜ੍ਹਾਏ ਸਿਖਾਏ, ਅਸੀਂ ਉਹ ਸਿੱਖਾਂਗੇ ਤੇ ਕਰਾਂਗੇ, ਵੀ ਨੈਵਰ ਡੂ ਦੈਟ। ਤੁਸੀਂ ਕਦੀ ਨਹੀਂ ਉਹ ਕਰ ਸਕਦੇ। ਜਿਹੜੀ ਸਪਿਰਿਚੁਅਲ ਲੇਜ਼ੀਨੈਸ ਆ ਨਾ, ਇਹ ਚਰਚ ਨੂੰ ਬਰਬਾਦ ਕਰ ਦਿੱਤੀ। ਸਪਿਰਿਚੁਅਲੀ ਲੇਜ਼ੀ ਨਹੀਂ ਹੋਣਾ, ਸਪਿਰਿਚੁਅਲੀ ਐਕਟਿਵ ਰਹੋ, ਪ੍ਰਭੂ ਦੇ ਵਚਨ ਦੇ ਵਿੱਚ ਬਣੇ ਰਹੋ। ਜਿਸਲੇ ਕੋਈ ਵਰਸ ਬੋਲੇ ਤੁਹਾਨੂੰ ਚੈਪਟਰ ਚੇਤੇ ਹੋਣਾ ਚਾਹੀਦਾ, ਕਿੱਥੋਂ ਆਇਆ, ਕਿੱਦਾਂ ਆਇਆ, ਕਿਹੜਾ ਇਸ ਦੇ ਪਿੱਛੇ ਕੀ ਹੈ, ਇਸ ਦੇ ਅੱਗੇ ਕੀ ਹੈ, ਏਦਾਂ ਇਹ ਚੀਜ਼ਾਂ ਯਾਦ ਹੋਣੀਆਂ ਚਾਹੀਦੀਆਂ। ਔਰ ਇਹ ਕੋਈ ਬਹੁਤ ਔਖੀਆਂ ਨਹੀਂ, ਪ੍ਰਭੂ ਦਾ ਜਿੰਨਾ ਵੀ ਸ਼ਬਦ ਆ ਸਾਨੂੰ ਦ੍ਰਿਸ਼ਟਾਂਤਾਂ ਦੇ ਵਿੱਚ ਦਿੱਤਾ ਗਿਆ, ਔਰ ਦ੍ਰਿਸ਼ਟਾਂਤਾਂ ਨੂੰ ਚੇਤੇ ਰੱਖਣਾ ਬਹੁਤ ਸੌਖਾ ਆ। ਜਿਸ ਲਈ ਪ੍ਰਭੂ ਯਿਸੂ ਮਸੀਹ ਵੀ ਗੱਲ ਕਰਦੇ ਸੀਗੇ ਤਾਂ ਉਹ ਪੈਰਾਬਲਸ ਦੇ ਵਿੱਚ, ਕਹਾਣੀ ਦੇ ਵਿੱਚ ਗੱਲ ਕਰਦੇ ਸੀ, ਉਹਨਾਂ ਨੂੰ ਚੇਤੇ ਰੱਖਣਾ ਬਹੁਤ ਸੌਖਾ ਹੈ। ਵਚਨ ਸਾਨੂੰ ਦ੍ਰਿਸ਼ਟਾਂਤਾਂ ਦੇ ਵਿੱਚ ਤੇ ਪੈਰਾਬਲਸ ਦੇ ਵਿੱਚ ਦਿੱਤਾ ਗਿਆ ਹੈ, ਇੰਨਾ ਔਖਾ ਨਹੀਂ। ਥੋੜੀ ਜਿਹੀ ਸਾਨੂੰ ਸਪਿਰਿਚੁਅਲ ਲੇਜ਼ੀਨੈਸ ਛੱਡਣੀ ਪੈਣੀ, ਆਤਮਕ ਜਿਹੜਾ ਅਸੀਂ ਆਤਮਿਕ ਤੌਰ ਤੇ ਆਰਾਮ ਪ੍ਰਸਤ ਹੋਏ ਹੋ ਉਹ ਛੱਡਣਾ ਪੈਣਾ। ਔਰ ਉਸ ਤੋਂ ਬਾਅਦ ਦੇਖੋ ਪ੍ਰਭੂ ਕਿੰਨੀ ਬਰਕਤ ਦਿੰਦਾ। ਲੇਕਿਨ ਉਹਨਾਂ ਨੇ ਕਿਹਾ ਕਿ ਨਹੀਂ, ਇਹ ਤਾਂ ਏਲੀਆ ਨੂੰ ਆਵਾਜ਼ ਮਾਰਦਾ ਪਿਆ, ਇਸ ਕਰਕੇ ਦੇਖੋ ਏਲੀਆ ਆਉਂਦਾ ਕਿ ਨਹੀਂ ਆਉਂਦਾ। ਉਹ ਏਲੀਆ ਤਾਂ ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਸਾਊਲ ਨੇ ਏਲੀਆ ਨਬੀ ਦੀ ਆਤਮਾ ਨੂੰ ਦੁਬਾਰਾ ਬੁਲਾ ਲਿਆ ਸੀ, ਤੇ ਉਸਨੇ ਸਾਊਲ ਨੂੰ ਕਿਹਾ ਸੀ ਕਿ ਜੇ ਪਰਮੇਸ਼ਵਰ ਨੇ ਤੈਨੂੰ ਛੱਡ ਦਿੱਤਾ ਤਾਂ ਮੈਂ ਤੇਰੇ ਲਈ ਕੀ ਕਰਾਂ, ਮੈਂ ਤੇਰੇ ਲਈ ਕੱਖ ਨਹੀਂ ਕਰ ਸਕਦਾ, ਤੂੰ ਮੈਨੂੰ ਐਵੇਂ ਹੀ ਦੁੱਖ ਦਿੱਤਾ। ਇਹ ਵੀ ਉਹਨਾਂ ਦੀ ਸਮਝ ਦੇ ਵਿੱਚ ਕਿਉਂ ਤਾਲਾ ਲੱਗਾ। ਉਹ ਤਾਲਾ ਜਿਹੜਾ ਉਹ ਇਸ ਵੇਲੇ ਇੱਥੇ ਲੱਗਾ ਹੈ ਕਿ ਅਸੀਂ ਨਹੀਂ, ਜਾਂ ਤਾਂ ਸਾਡੇ ਲਈ ਕੋਈ ਪਾਦਰੀ ਜਾਏ, ਜਾਂ ਕੋਈ ਸਾਡੇ ਲਈ ਫਰੀਸੀ ਜਾਏ, ਜਾਂ ਕੋਈ ਸਾਡੇ ਲਈ ਸਦੂਕੀ ਜਾਏ, ਬਸ ਉਹ ਹੀ ਸਾਡੇ ਲਈ ਪ੍ਰਭੂ ਦਾ ਵਚਨ ਲੈ ਕੇ ਆਏ। ਪ੍ਰਭੂ ਨੇ ਜਗਤ ਨੂੰ ਪਿਆਰ ਕੀਤਾ, ਪਾਦਰੀਆਂ ਨੂੰ ਪਿਆਰ ਨਹੀਂ ਕੀਤਾ। ਸਭ ਤੋਂ ਔਖੀ ਔਰ ਜਿਹੜੀ ਸਭ ਤੋਂ ਸਖਤ ਜਿਹੜੀ ਜਜਮੈਂਟ ਹੋਣੀ ਉਹ ਮੇਰੀ ਹੋਣੀ, ਕਿਉਂਕਿ ਮੈਂ ਪਾਸਟਰ, ਮੇਰੀ ਜ਼ਿੰਮੇਵਾਰੀ ਆ। ਜੋ ਪ੍ਰਭੂ ਨੇ ਕਿਹਾ ਮੇਰਿਆਂ ਲੋਕਾਂ ਨੂੰ ਮੇਰੇ ਕੋਲ ਆਉਣ ਦਿਓ ਔਰ ਉਹਨਾਂ ਦੇ ਰਸਤੇ ਦੇ ਵਿੱਚੋਂ ਹਰ ਰੁਕਾਵਟ ਨੂੰ ਦੂਰ ਕਰੋ। ਪਰ ਜੇ ਅਗਰ ਮੈਂ ਹੀ ਰੁਕਾਵਟ ਬਣ ਕੇ ਬਹਿ ਗਿਆ ਕਿਉਂਕਿ ਮੈਂ ਗਿਫਟਡ ਹਾਂ, ਤੇ ਮੇਰਾ ਹਾਲ ਕੀ ਕਰੂਗਾ ਪ੍ਰਭੂ? ਕਦੀ ਸੋਚਿਆ ਇਸ ਚੀਜ਼ ਨੂੰ? ਇਸ ਕਰਕੇ ਮੈਨੂੰ ਇਸ ਚੀਜ਼ ਦਾ ਡਰ, ਔਰ ਇਸ ਡਰ ਦੇ ਨਾਲ ਮੈਂ ਜੀ ਕਿ ਨਹੀਂ, ਪ੍ਰਭੂ ਦੇ ਲੋਕਾਂ ਨੂੰ ਪ੍ਰਭੂ ਦੀ ਨਜ਼ਦੀਕੀ ਦੇ ਵਿੱਚ ਲੈ ਕੇ ਆਓ ਔਰ ਉਹਨਾਂ ਨੂੰ ਅੱਗੇ ਵਧਣ ਦਿਓ।
ਪ੍ਰਭੂ ਦੇ ਲੋਕਾਂ ਦੇ ਮੋਢੇ ਦੇ ਉੱਤੇ ਖੜੇ ਹੋ ਕੇ ਆਪਣੇ ਆਪ ਨੂੰ ਉੱਚੇ ਨਾ ਕਰੋ, ਪਰ ਪ੍ਰਭੂ ਦੇ ਲੋਕਾਂ ਨੂੰ ਆਪਣੇ ਮੋਢਿਆਂ ਤੇ ਖੜੇ ਕਰਕੇ ਉਹਨਾਂ ਨੂੰ ਉੱਚੇ ਕਰੋ। That's why I'm chosen। ਇਸ ਕਰਕੇ ਸਾਨੂੰ ਪ੍ਰਭੂ ਨੇ ਚੁਣਿਆ, ਵੱਖਰੇ ਕੀਤਾ, ਸਾਨੂੰ ਵੱਖਰਿਆਂ ਦੇ ਵਿੱਚੋਂ ਵੱਖਰੇ ਕੀਤਾ। ਇਸ ਕਰਕੇ ਨਹੀਂ ਕਿ ਅਸੀਂ ਪ੍ਰਭੂ ਦੇ ਲੋਕਾਂ ਤੇ ਰਾਜ ਕਰੀਏ, ਉਹਦੇ ਬੱਚਿਆਂ ਤੇ ਰਾਜ ਕਰੀਏ, ਬਲਕਿ ਉਹਦੇ ਬੱਚਿਆਂ ਨੂੰ ਉੱਚਾ ਉਠਾਈਏ, ਉਹਦੇ ਬੱਚਿਆਂ ਨੂੰ ਆਪਣੇ ਮੋਢਿਆਂ ਦੇ ਖੜੇ ਕਰਕੇ ਉਹਨਾਂ ਨੂੰ ਇੱਕ ਉਚਾਈ ਤੱਕ ਲੈ ਕੇ ਜਾਈਏ, ਅੱਗੇ ਵਧਾਈਏ, ਆਪਣੇ ਤੋਂ ਅੱਗੇ ਵਧਾਈਏ। ਇਸ ਦੇ ਵਿੱਚ ਖੁਸ਼ੀ। ਸੋ ਪ੍ਰਭੂ ਜੀ ਉਹਨਾਂ ਨੂੰ ਇਹ ਕਹਿ ਰਿਹਾ, ਜਿਸ ਲਈ ਅਸੀਂ ਅਗਲੀ ਚੀਜ਼ ਜਿਹੜੀ ਹੋ ਰਹੀ ਆ ਉਹਨਾਂ ਦੀ, ਫਿਰ ਉਹ ਤਾਂ ਸਮਝ ਕਦੀ ਵੀ ਨਹੀਂ ਸੀ ਆਉਣੀ। ਉਸ ਵੇਲੇ ਮੰਦਿਰ ਦਾ ਅੰਦਰ ਦਾ ਪਰਦਾ ਪਾੜ ਗਿਆ, ਉੱਤੋਂ ਤੋਂ ਹੇਠਾਂ ਤੱਕ ਪਾੜ ਗਿਆ, ਧਰਤੀ ਹਿਲ ਗਈ, ਚਟਾਨਾਂ ਪਾਟ ਗਈ, और बहुत सारे भक्त जिਉਂਦੇ हो गए। क्यों? प्रभु यीशु मसीह ने किया ਸੀ, I am the resurrection and life। मैं ही पुनर उत्थान ते जिंदगी हूं। और ये होना जरूरी सी। बहुत सारे भक्तों का उठना जरूरी सी, और प्रभु ने उस दरवाजे ਨੂੰ खोल दिता। प्रभु ने अपना दरवाजा खोल दिता कि जो भी हुण यीशु मसीह दे लहू दे विच उत्थे आउंदा, क्योंकि उसने कहा मैं ही राह, मैं ही सत, मैं ही जिंदगी, मेरे तो बगैर कोई भी प्रभु दे कोल नहीं आ सकता, उस जिंदगी दे रुख दे कोल नहीं जा सकता जिते पैरा लगा। और इस करके जिस वेले असीं पढ़दे पए सीगे, अज मूवी दे विच सॉरी देखते पए सीगे, यूहन्ना दा यूहन्ना दे 10वें भाव दे विच आ जाओ। थोड़ा जिहा मैं एक्स्ट्रा टाइम लूंगा तुहाडे कोलों अज। यूहन्ना दा 10वां भाव और उस दियां कोई जना पहलियां 11-12-10, हाँ जी, यूहन्ना 10 उस दियां पहलियां कोई जना 10 आइटम पढ़े। ਭੇਡਾਂ ਦੇ ਬਾੜੇ ਦੀ ਉਦਾਹਰਣ। ਮੈਂ ਤੁਹਾਨੂੰ ਸੱਚ-ਸੱਚ ਦੱਸਦਾ ਹਾਂ, ਉਹ ਜਿਹੜਾ ਦਰਵਾਜ਼ੇ ਰਾਹੀਂ ਭੇਡਾਂ ਦੇ ਬਾੜੇ ਵਿੱਚ ਨਹੀਂ ਜਾਂਦਾ, ਸਗੋਂ ਕਿਸੇ ਦੂਜੇ ਰਾਹ ਕੰਧ ਟੱਪ ਕੇ ਅੰਦਰ ਆਉਂਦਾ ਹੈ, ਉਹ ਚੋਰ ਤੇ ਡਾਕੂ ਹੈ। ਪਰ ਉਹ ਜਿਹੜਾ ਦਰਵਾਜ਼ੇ ਰਾਹੀਂ ਅੰਦਰ ਆਉਂਦਾ ਹੈ, ਉਹ ਭੇਡਾਂ ਦਾ ਚਰਵਾਹਾ ਹੈ। ਉਸਦੇ ਲਈ ਦੁਆਰਪਾਲ ਦਰਵਾਜ਼ਾ ਖੋਲ ਦਿੰਦਾ ਹੈ। ਭੇਡਾਂ ਉਸਦੀ ਆਵਾਜ਼ ਸੁਣਦੀਆਂ ਹਨ, ਜਦੋਂ ਕਿ ਉਹ ਆਪਣੀਆਂ ਭੇਡਾਂ ਨੂੰ ਨਾਂ ਲੈ ਕੇ ਪੁਕਾਰਦਾ ਹੈ ਅਤੇ ਉਹਨਾਂ ਨੂੰ ਬਾਹਰ ਲੈ ਜਾਂਦਾ ਹੈ। ਉਹ ਉਹਨਾਂ ਦੇ ਅੱਗੇ-ਅੱਗੇ ਚੱਲਦਾ ਹੈ ਅਤੇ ਭੇਡਾਂ ਉਸਦੇ ਪਿੱਛੇ-ਪਿੱਛੇ ਚੱਲਦੀਆਂ ਹਨ, ਕਿਉਂਕਿ ਉਹ ਉਸਦੀ ਆਵਾਜ਼ ਨੂੰ ਪਛਾਣਦੀਆਂ ਹਨ। ਉਹ ਕਿਸੇ ਅਣਜਾਣ ਦੇ ਪਿੱਛੇ ਨਹੀਂ ਚੱਲਣਗੀਆਂ, ਸਗੋਂ ਉਸ ਤੋਂ ਦੂਰ ਭੱਜਣਗੀਆਂ, ਕਿਉਂਕਿ ਉਹ ਉਸ ਅਣਜਾਣ ਮਨੁੱਖ ਨੂੰ ਨਹੀਂ ਪਛਾਣਦੀਆਂ ਹਨ। ਯਿਸੂ ਨੇ ਉਹਨਾਂ ਨੂੰ ਇਹ ਉਦਾਹਰਣ ਦਿੱਤੀ, ਪਰ ਉਹ ਸਮਝ ਨਾ ਸਕੇ ਕਿ ਉਹ ਉਹਨਾਂ ਨੂੰ ਕੀ ਕਹਿ ਰਹੇ ਹਨ। ਪ੍ਰਭੂ ਯਿਸੂ ਇੱਕ ਅੱਛਾ ਚਰਵਾਹਾ। ਇਸ ਲਈ ਯਿਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਭੇਡਾਂ ਦਾ ਦਰਵਾਜ਼ਾ ਮੈਂ ਹਾਂ। ਉਹ ਸਾਰੇ ਜਿਹੜੇ ਮੇਰੇ ਤੋਂ ਪਹਿਲਾਂ ਆਏ ਚੋਰ ਤੇ ਡਾਕੂ ਹਨ, ਪਰ ਭੇਡਾਂ ਨੇ ਉਹਨਾਂ ਦੀ ਨਾ ਸੁਣੀ। ਦਰਵਾਜ਼ਾ ਮੈਂ ਹਾਂ, ਜੋ ਮੇਰੇ ਦੁਆਰਾ ਅੰਦਰ ਆਉਂਦਾ ਹੈ ਉਹ ਮੁਕਤੀ ਪਾਵੇਗਾ। ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ ਤੇ ਚਾਰਾ ਪਾਵੇਗਾ। ਚੋਰ ਕੇਵਲ ਚੋਰੀ ਕਰਨ ਅਤੇ ਮਾਰਨ ਅਤੇ ਨਾਸ਼ ਕਰਨ ਲਈ ਆਉਂਦਾ ਹੈ। ਮੈਂ ਇਸ ਲਈ ਆਇਆ ਹਾਂ ਕਿ ਉਹ ਜੀਵਨ ਪ੍ਰਾਪਤ ਕਰਨ ਅਤੇ ਬਹੁਲਤਾ ਨਾਲ ਪ੍ਰਾਪਤ ਕਰਨ। ਸੋ ਕਿਸ ਰੁੱਖ ਦੇ ਆਲੇ ਦੁਆਲੇ ਉਹ ਪਹਿਰਾ ਲਾਇਆ ਗਿਆ ਸੀ? ਜੀਵਨ ਦੇ ਰੁੱਖ ਦੇ ਆਲੇ ਦੁਆਲੇ, ਜ਼ਿੰਦਗੀ ਦੇ ਸਦੀਪਕ ਜ਼ਿੰਦਗੀ ਦੇ ਰੁੱਖ ਦੇ ਆਲੇ ਦੁਆਲੇ ਪਹਿਰਾ ਲਾਇਆ ਗਿਆ ਸੀ। ਸੋ ਜੇ ਪ੍ਰਭੂ ਤੋਂ ਅਸੀਂ, ਜਿਸ ਲਈ ਪ੍ਰਭੂ ਕਹਿੰਦਾ ਕਿ ਉਹ ਅੰਦਰ ਬਾਹਰ ਆਇਆ ਜਾਇਆ ਕਰੇਗਾ। Now, let me just go back a little। ਜੇ ਅਸੀਂ ਦੇਖਣਾ ਕੰਧਾਂ ਟੱਪ ਕੇ ਜਿਹੜੇ ਆਉਂਦੇ ਆ, ਜਿਹੜੇ ਬਾੜੇ ਦੇ ਵਿੱਚ ਆਉਂਦੇ ਆ, ਉਹ ਭੇਡਾਂ ਦੇ ਚਰਵਾਹੇ ਨਹੀਂ। ਉਹ ਕੌਣ? ਜਿਹੜੇ ਆਪਣੇ ਆਪ ਨੂੰ ਬਾਬੇ ਬਣਾ ਕੇ ਬੈਠੇ। ਹਿੰਦੁਸਤਾਨ 'ਚ ਹਰ ਮੋੜ ਤੇ ਇੱਕ ਬਾਬਾ ਬੈਠਾ ਹੈ।
ਪਰ ਸਾਡੀ ਮੁਸੀਬਤ ਇਹ ਹੈ ਇਸ ਵੇਲੇ, ਚਰਚ ਦੀ ਮੁਸੀਬਤ ਇਹ ਹੈ ਕਿ ਅਸੀਂ ਚਰਚ ਦੇ ਵਿੱਚ ਵੀ ਬਾਬੇ ਬਣਾ ਲਏ ਔਰ ਇਹ ਸ਼ਬਦ ਪ੍ਰਭੂ ਉਹਨਾਂ ਦੇ ਲਈ ਵਰਤ ਰਿਹਾ। ਕਾਂਗਰੀਗੇਸ਼ਨ ਨੂੰ ਉਹਨਾਂ ਨੇ ਇੱਕ ਆਪਣੇ ਲਈ ਇੱਕ ਕਮਜ਼ੋਰ ਚੀਜ਼ ਬਣਾ ਲਿਆ ਕਿ ਉਹ ਸਿਰਫ ਉਹਨਾਂ ਦੀਆਂ ਗੱਲਾਂ ਕਰੀ। ਵਾਈ? ਸਾਡੇ ਕੋਲ ਸਿੱਧਾ ਐਕਸੈਸ ਆ ਪ੍ਰਭੂ ਦੇ ਲਈ, ਉਸਨੇ ਇਹ ਸਾਰਾ ਕੰਮ ਕੀਤੇ ਆ। ਸੋ ਅਸੀਂ ਕਿਉਂ ਨਹੀਂ ਪ੍ਰਭੂ ਦੇ ਕੋਲ ਜਾਂਦੇ? ਉਹ ਕਹਿੰਦਾ ਅੰਦਰ ਬਾਹਰ ਆਇਆ ਜਾਇਆ ਕਰੇਗਾ, ਚਾਰਾ ਪਾਏਗਾ। ਚਾਰਾ ਕੀ ਹੈ? ਜੀਵਨ ਦੇ ਰੁੱਖ ਤੋਂ। ਔਰ ਜੀਵਨ ਦਾ ਰੁੱਖ ਕੀ ਕੰਮ ਕਰਦਾ? ਜੀਵਨ ਦੇ ਰੁੱਖ ਦੇ ਕੀ ਕੰਮ? ਜੀਵਨ ਦੇ ਰੁੱਖ ਦੇ ਕੰਮ ਉਸਦੇ ਪੱਤਿਆਂ ਤੋਂ ਕੌਮਾਂ ਨੂੰ ਤੰਦਰੁਸਤੀ ਮਿਲੇਗੀ। ਔਰ ਜਿਸ ਕਿਨਾਰੇ ਦੇ ਉੱਤੇ ਲੱਗੇ ਉੱਥੇ ਜੀਵਨ ਜਲ ਦੀਆਂ ਧਾਰਾਂ ਆ, ਉਹ ਜੀਵਨ ਦਾ ਦਰਿਆ ਵਹਿ ਰਿਹਾ ਉੱਥੇ। ਔਰ ਉਹਦੇ ਫਲ ਜਿਹੜੇ ਆ ਉਹ ਸਾਰਾ ਸਾਲ ਲੱਗਦੇ। ਅਸੀਂ ਉਹ ਲੈ ਕੇ ਆਉਂਦੇ ਆ ਜਿਸ ਅਸੀਂ ਜਾਂਦੇ ਉਸ ਦਰਵਾਜ਼ੇ ਦੇ ਬਾਹਰ। ਔਰ ਇਹ ਪ੍ਰਭੂ ਸਾਡਾ ਪਰਮੇਸ਼ਰ ਸਾਡੇ ਕੋਲ ਨਹੀਂ ਮੰਗਦਾ ਹੈ। ਅਸੀਂ ਕੱਲ ਨੂੰ ਇਸ ਚੀਜ਼ ਨੂੰ ਜਾਰੀ ਰੱਖਾਂਗੇ ਔਰ ਅਸੀਂ ਕੱਲ ਨੂੰ ਜੀਵਨ ਦੇ ਰੁੱਖ ਦੇ ਵਿੱਚ ਵੀ ਜਾਵਾਂਗੇ ਕਿ ਜੀਵਨ ਦਾ ਰੁੱਖ ਹੈ ਕੀ, ਜਿੱਥੇ ਜਿਹਦੇ ਲਈ ਸਾਡਾ ਦਰਵਾਜ਼ਾ ਖੋਲਿਆ ਗਿਆ। ਅਸੀਂ ਉੱਥੇ ਕਿੱਦਾਂ ਪਹੁੰਚਣਾ, ਪਰਮੇਸ਼ਰ ਕਿੱਦਾਂ ਸਾਨੂੰ ਉੱਥੇ ਲੈ ਕੇ ਜਾਣਾ ਮੰਗਦਾ, ਅਸੀਂ ਇਹ ਸਾਰੀਆਂ ਚੀਜ਼ਾਂ ਨੂੰ ਕੱਲ ਨੂੰ ਦੇਖਾਂਗੇ। ਕੱਲ ਨੂੰ ਈਸਟਰ ਦਾ ਦਿਨ ਆ, ਸੋ ਕੱਲ ਨੂੰ ਲਾਸਟ 15 ਮਿੰਟਸ ਮੈਂ ਰੱਖੂੰਗਾ ਸਿਰਫ ਇਸ ਦੇ ਲਈ। ਲੇਕਿਨ ਮੈਂ ਇਹ ਮੰਗੂਗਾ ਕਿ ਅਗਰ ਕੱਲ ਨੂੰ ਕੋਈ ਸ਼ੁਕਰਗੁਜ਼ਾਰੀ, ਕੋਈ ਗੀਤ, ਕੋਈ ਤੁਹਾਡੇ ਵਿੱਚੋਂ ਕੋਈ ਵੀ ਪ੍ਰਭੂ ਨੂੰ ਮਹਿਮਾ ਦੇਣੀ ਮੰਗਦਾ, ਸੋ ਪਹਿਲਾ ਜਿਹੜਾ ਸਮਾਂ ਆ ਉਸ ਦੀ ਮਹਿਮਾ ਦੇ ਲਈ, ਕਿਉਂਕਿ ਕੱਲ ਨੂੰ ਰੈਜ਼ਰੈਕਸ਼ਨ ਡੇ ਆ ਔਰ ਅਸੀਂ ਕੱਲ ਨੂੰ ਰੈਜ਼ਰੈਕਸ਼ਨ ਡੇ ਪ੍ਰਭੂ ਦਾ ਮਨਾਵਾਂਗੇ। ਔਰ ਉਸ ਦੇ ਨਾਲ ਨਾਲ ਅਸੀਂ ਸ਼ੁਕਰਗੁਜ਼ਾਰੀ ਔਰ ਸਭ ਤੋਂ ਜ਼ਿਆਦਾ ਅਗਰ ਕੋਈ ਤੁਹਾਡੇ ਕੋਲ ਗੀਤ ਆ ਪ੍ਰਭੂ ਨੇ ਤੁਹਾਨੂੰ ਦਿੱਤਾ, ਸੋ ਕੱਲ ਨੂੰ ਅਸੀਂ ਉਸੇ ਨਾਲ ਪ੍ਰਭੂ ਦੀ ਵਰਸ਼ਿਪ ਕਰਾਂਗੇ ਕਿਉਂਕਿ ਉਹ ਇਸ ਦੇ ਯੋਗ ਆ। ਸੋ ਲਾਸਟ 10 ਮਿੰਟ ਅਸੀਂ ਇਸ ਦਰਵਾਜ਼ੇ ਤੇ 10 ਜਾਂ 15 ਮਿੰਟ ਲਾਵਾਂਗੇ। ਸੋ ਪਰ ਕੱਲ ਨੂੰ ਅਸੀਂ ਪ੍ਰਭੂ ਦੀ ਸ਼ੁਕਰਗੁਜ਼ਾਰੀ ਦੇ ਵਿੱਚ ਸਮਾਂ ਬਿਤਾਵਾਂਗੇ। ਸੋ ਇਹ ਤੁਹਾਡਾ ਸਮਾਂ ਹੈ ਕੱਲ ਨੂੰ, ਇਹ ਸਾਰੇ ਦਾ ਸਾਰਾ ਸਮਾਂ ਮੈਂ ਤੁਹਾਨੂੰ ਦਊਂਗਾ ਪ੍ਰਭੂ ਨੂੰ ਬਰਕਤ ਦੇਣ ਦੇ ਲਈ। ਪ੍ਰਭੂ ਜੀ ਅਸੀਂ ਤੇਰਾ ਬਹੁਤ ਸ਼ੁਕਰ ਕਰਦੇ ਹਾਂ ਤੇਰੀ ਰਹਿਮ, ਤੇਰੀ ਦਇਆ ਦੇ ਲਈ, ਤੇਰੇ ਪਿਆਰ ਦੇ ਲਈ, ਤੇਰੀ ਮਹਾਨਤਾ। ਅਸੀਂ ਕੌਣ ਆ ਖੁਦਾਵੰਦ? ਅਸੀਂ ਕੱਖ ਵੀ ਨਹੀਂ। ਸੱਚਮੁੱਚ ਤੂੰ ਸਾਨੂੰ ਇੰਨਾ ਪਿਆਰ ਕੀਤਾ ਕਿ ਸੱਚਾ ਵਿਚੋਲਾ ਤੂੰ ਆਪ ਬਣ ਗਿਆ, ਜੋ ਸਦਾ ਦੇ ਲਈ ਜਿਉਂਦਾ, ਜੋ ਸਦਾ ਦਾ ਚਰਵਾਹਾ, ਜੋ ਸਦਾ ਪਿਆਰ ਕਰਨ ਵਾਲਾ ਪਰਮੇਸ਼ਰ। ਸੋ ਪਿਆਰੇ ਪ੍ਰਭੂ ਸਾਡੀਆਂ ਅੱਖਾਂ ਤੇਰੇ ਤੇ ਲੱਗੀਆਂ ਹੋਈਆਂ, ਜੋ ਜ਼ਿੰਦਗੀ ਦਾ ਸੋਮਾ ਹੈ। ਪ੍ਰਭੂ ਜੀ ਅਸੀਂ ਹੁਣ ਆਪਣੇ ਆਪ ਨੂੰ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਸੌਂਪਦੇ ਹਾਂ। ਅਸੀਂ ਆਪਣੇ ਆਪ ਨੂੰ ਤੇਰੀ ਨਜ਼ਦੀਕੀ ਦੇ ਵਿੱਚ ਸੌਂਪਦੇ ਹਾਂ। ਤੇਰੀ ਆਰਾਮ, ਤੇਰੀ ਸ਼ਾਂਤੀ, ਤੇਰਾ ਪਿਆਰ, ਜੋ ਸਾਡੀ ਇਹ ਸਭ ਚੀਜ਼ਾਂ ਸਾਡੀ ਸਮਝ ਤੋਂ ਬਾਹਰ ਆ, ਪਰ ਤੂੰ ਦਿੰਦਾ। ਸੋ ਪਿਆਰੇ ਪ੍ਰਭੂ ਸਾਨੂੰ ਸਿਖਾ ਅਸੀਂ ਕਿੱਦਾਂ ਅੰਦਰ ਬਾਹਰ ਆਇਆ ਜਾਇਆ ਕਰੀਏ, ਚਾਰਾ ਪਾਈਏ। ਉਸ ਦਰਖਤ ਦਾ ਫਲ ਖਾਈਏ ਪ੍ਰਭੂ ਜੀ, ਉਸ ਦੀ ਪਕੰਚੋਂ ਬਸ ਇਸ ਦੇ ਲਈ ਪ੍ਰਭੂ ਜੀ ਉੱਥੋਂ ਹੀ ਸ਼ਾਂਤੀ ਆ, ਉੱਥੋਂ ਹੀ ਭੁੱਖ ਮਿਟਦੀ ਆ, ਉੱਥੇ ਹੀ ਜ਼ਿੰਦਗੀ ਨੂੰ ਰਾਹ। ਇਸ ਸਾਰੇ ਸਮੇਂ ਨੂੰ ਅਸੀਂ ਪ੍ਰਭੂ ਜੀ ਤੇਰੇ ਪਵਿੱਤਰ ਹੱਥਾਂ ਦੇ ਵਿੱਚ ਦਿੰਦੇ ਹਾਂ। ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰੀ ਰਾਖੀ, ਤੇਰਾ ਪਿਆਰ, ਤੇਰੀ ਹਜ਼ੂਰੀ ਸਾਡੇ ਸਭ ਦੇ ਨਾਲ। ਮਸੀਹ ਯਿਸੂ ਦੇ ਮਿੱਠੇ ਪਿਆਰੇ ਨਾਮ ਚ ਸਾਰੇ ਭੈਣ ਭਰਾ। ਸੋ ਕੱਲ ਨੂੰ ਵੱਡਾ ਦਿਨ ਆ, resurrection day is risen। ਸੋ ਕੱਲ ਨੂੰ ਅਸੀਂ ਪ੍ਰਭੂ ਦੀ ਵਡਿਆਈ ਕਰਾਂਗੇ, ਸ਼ੁਕਰਗੁਜ਼ਾਰੀ ਕਰਾਂਗੇ ਔਰ ਕੱਲ ਦੇ ਲਈ ਗੀਤ ਜ਼ਰੂਰ ਰੈਡੀ ਰੱਖੇ। ਕੱਲ ਨੂੰ ਪ੍ਰਭੂ ਦੇ ਨਾਮ ਨੂੰ ਅਸੀਂ ਬਰਕਤ। Bless you all and we will see you at the same time।